हम मैले तुम उजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। निको ठाकुर दिशा, मुख उच्च रहे शास्त्र खट। पिंग गिरन चढ़ जाए, अंध लखै बदरो सुनै। जो काल कृपा कराए, अमेय दृष्ट शुभ करै। हरै अग पाप सकल मल, काम क्रोध अर लोभ मोह। वस करै सबे बल, सदा सुख मन वसै। दुख संसार है खोवै, गुर नव निध दरियाओ। जन्म हम कालख धोवै, सो कहो टल गुर सेवियै। अहनिस सहज सुभाए, दर्शन परसै गुरु कै। जन्म मरण दुख जाए, दर्शन परसै गुरु कै। जन्म मरण दुख जाए। सतनाम श्री वाहिगुरु साहिब जीओ। आसा महला चौथा। छंत घर पंजवा। एक ओंकार सतगुर प्रसाद। मेरे मन परदेसी वे प्यारे, आओ करे। हर गुरु मिलाम मेरे प्यारे, घर वसै हरे। रंग रलिया मन हो मेरे प्यारे, हर कृपा करे। नानक तुठा मेरे प्यारे, मेले हरे। मेरे मन परदेसी वे प्यारे। वाहिगुरु जी का खालसा, वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज। कलयुग के तारणहारे शब्द गुरु, दसां ही पातशाहियां के आत्मिक स्वरूप जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे अपार बख्शिश का सदका
ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਗੁਰਦੁਆਰਾ ਲੰਗਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ, ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਪਾਵਨ ਸ਼ਬਦ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਅੰਦਰ ਮਹਾਰਾਜ ਸਾਹਿਬ ਜੀ ਨੇ ਜੀਵ ਦਾ ਭਲਾ ਕਰਨ ਵਾਸਤੇ ਬਹੁਤ ਸਾਰੇ ਪੱਖ ਰੱਖ ਕਰਕੇ ਉਪਦੇਸ਼ ਦੇ ਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਿਆ ਹੈ। ਜਿਵੇਂ ਕਿਸੇ ਅਗਿਆਤ ਬੇਸਮਝ ਮਨੁੱਖ ਨੂੰ ਸਮਝਾਉਣਾ ਹੋਵੇ, ਕਿਸੇ ਮਨੁੱਖ ਨੂੰ ਸਿੱਖਿਆ ਦੇਣੀ ਹੋਵੇ ਤੇ ਸਾਧ ਸੰਗਤ ਜੀ ਵੱਖੋ ਵੱਖਰੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ ਨੇ। ਤਰ੍ਹਾਂ ਤਰ੍ਹਾਂ ਦੇ ਅਲੰਕਾਰ, ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਦੇ ਕਰਕੇ ਸਮਝਾਇਆ ਜਾਂਦਾ, ਇਹਨੂੰ ਸਿੱਖਿਆ ਦੇ ਕਰਕੇ ਸਮਝਦਾਰ ਸੂਝਵਾਨ ਬਣਾ ਦਿੱਤਾ ਜਾਂਦਾ। ਇਸੇ ਤਰ੍ਹਾਂ ਜਿਹੜਾ ਜੀਵ ਪਰਮਾਤਮਾ ਤੋਂ ਭੁੱਲਾ ਹੋਇਆ, ਅਗਿਆਤ ਹੋ ਕਰਕੇ ਸੰਸਾਰ ਦੀ ਭਟਕਣਾ ਵਿੱਚ ਦਰ ਦਰ ਤੇ ਠੋਕਰਾਂ ਖਾ ਰਿਹਾ ਹੈ, ਉਹਨਾਂ ਜੀਵਾਂ ਨੂੰ ਮਹਾਰਾਜ ਸਾਹਿਬ ਜੀ ਨੇ ਇੱਕ ਪੱਖ ਤੋਂ ਨਹੀਂ ਬਹੁਤ ਪੱਖਾਂ ਤੋਂ ਭਾਵ ਕਿ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦੇ ਕਰਕੇ ਸਮਝਾਇਆ ਹੈ ਕਿ ਕਿਸੇ ਵੀ ਢੰਗ ਤਰੀਕੇ ਦੇ ਨਾਲ ਇਹ ਜੀਵ ਨੂੰ ਸਮਝ ਪੈ ਜਾਵੇ, ਇਹ ਭੁੱਲਾ ਹੋਇਆ ਸਿੱਧੇ ਰਸਤੇ ਤੇ ਚੱਲ ਕੇ ਜੀਵਨ ਦੀ ਸਫਲਤਾ ਬਣਾ ਲਵੇ। ਅਮੋਲਕ ਜੀਵਨ ਮਨੁੱਖਾ ਜਾਮਾ ਜੋ ਪਰਮਾਤਮਾ ਨੇ ਬਖਸ਼ਿਆ ਹੈ, ਇਹਦੀ ਸਫਲਤਾ ਕਰ ਲਵੇ, ਲੋਕ ਪਰਲੋਕ ਆਪਣਾ ਸੁਹੇਲਾ ਬਣਾ ਲਵੇ। ਗਰੀਬ ਨਵਾਜ ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਅੱਜ ਦੀ ਸ਼ਬਦ ਦੀ ਵਿਚਾਰ ਅੰਦਰ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ, ਹਜੂਰ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਭੁੱਲੇ ਹੋਏ ਜੀਵ ਨੂੰ ਇਸ ਮਨ ਨੂੰ ਸੰਬੋਧਨ ਕਰਦੇ ਹੋਏ ਮਹਾਰਾਜ ਉਚਾਰਨ ਕਰਦੇ ਹੈ, ਕਿਉਂਕਿ ਸਾਧ ਸੰਗਤ ਜੀ ਇਹ ਉੱਤਮ ਭਗਤੀ ਦੀ ਨਿਸ਼ਾਨੀ ਹੈ। ਜਿਵੇਂ ਇੱਕ ਮੱਧਮ ਭਗਤਾ ਹੁੰਦਾ, ਕਨਿਸ਼ਟ ਭਗਤਾ ਹੁੰਦਾ ਤੇ ਇੱਕ ਉੱਤਮ ਭਗਤਾ ਹੁੰਦਾ। ਉੱਤਮ ਭਗਤੇ ਦੀ ਨਿਸ਼ਾਨੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਸੰਬੋਧਨ ਕਰਦਾ, ਆਪਣੇ ਆਪ ਤੇ ਲੈ ਕੇ ਫਿਰ ਦੂਜਿਆਂ ਨੂੰ ਉਪਦੇਸ਼ ਦਿੰਦਾ। ਜਿਨ੍ਹਾਂ ਪ੍ਰਥਾਏ ਜਿਵੇਂ ਗਰੀਬ ਨਵਾਜ ਹਜੂਰ ਨੇ ਵਚਨ ਉਚਾਰਨ ਕੀਤੇ ਹੈ ਕਿ ਪ੍ਰਥਮੈ ਮਨ ਪ੍ਰਬੁੱਧ ਆਪਣਾ ਪਾਛੈ ਆਵਰ ਰਿਝਾਵੈ। ਹੇ ਜੀਵ, ਪਹਿਲਾਂ ਤੂੰ ਆਪਣੇ ਮਨ ਨੂੰ ਪ੍ਰਬੋਧ ਗਿਆਨ ਕਰਵਾ, ਆਪਣੇ ਮਨ ਨੂੰ ਸਮਝਦਾਰ ਬਣਾ। ਕਿਸ ਲਈ ਸੰਸਾਰ ਵਿੱਚ ਆਇਆ ਹਾਂ, ਕੀ ਕਰ ਰਿਹਾ ਤੇ ਮੈਨੂੰ ਕਰਨਾ ਕੀ ਚਾਹੀਦਾ, ਮੇਰੇ ਆਉਣ ਦਾ ਸੰਸਾਰ ਦੇ ਅੰਦਰ ਮਨੋਰਥ ਕੀ ਹੈ, ਇਸ ਪੱਖ ਤੋਂ ਇਸ ਵਿਚਾਰ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾ। ਹਜੂਰ ਕਹਿੰਦੇ ਹਨ ਕਿ ਜਿਹੜਾ ਇਹ ਵਿਚਾਰ ਲੈ ਕਰਕੇ ਆਪਣੇ ਮਨ ਨੂੰ ਪਹਿਲਾਂ ਸੰਬੋਧਨ ਕਰਦਾ ਹੈ, ਸਤਿਗੁਰੂ ਜੀ ਨੇ ਉਚਾਰਨ ਕੀਤਾ, ਕਹਿੰਦੇ ਸਭ ਤੋਂ ਉੱਤਮ ਭਗਤਾ ਹੈ। ਤੇ ਗਰੀਬ ਨਵਾਜ ਸਤਿਗੁਰੂ ਜੀ ਜੈਸਾ ਉੱਤਮ ਭਗਤਾ ਕੋਈ ਨਹੀਂ ਸੰਸਾਰ ਦੇ ਅੰਦਰ ਹੋ ਸਕਦਾ। ਜਿੰਨਾ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਇਹ ਬੇਅੰਤ ਬਚਨ ਗੁਰਬਾਣੀ ਵਿੱਚ ਉਚਾਰਨ ਕੀਤੇ ਹਨ, ਹੇ ਮੇਰੇ ਮਨਾ ਤੂੰ ਪਰਮਾਤਮਾ ਨੂੰ ਯਾਦ ਕਰਿਆ ਕਰ। ਹੇ ਮਨਾ, ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਤੈਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਹੇ ਮਨਾ, ਜੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜੇਗਾ ਤਾਂ ਹੀ ਸੰਸਾਰ ਦੇ ਮਾਇਕੀ ਬੰਧਨਾਂ ਤੋਂ ਆਜ਼ਾਦ ਹੋ ਕੇ ਪਰਮੇਸ਼ਰ ਦੀ ਅਭੇਦਤਾ ਪਾ ਸਕੇਗਾ। ਬੇਅੰਤ ਗੁਰਬਾਣੀ ਵੀ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਜੋ ਪਾਵਨ ਬਚਨ ਹੈ। ਔਰ ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਅੰਦਰ ਮਹਾਰਾਜ ਸਾਹਿਬ ਜੀ ਆਪਣੇ ਮਨ ਦੇ ਤਾਈਂ ਲੈ ਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ
ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਚੌਥਾ। ਸ਼ੰਤ ਘਰ ਪੰਜਵਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਸ਼ੰਤਾਂ ਦੀ ਬਾਣੀ ਉਚਾਰਨ ਕਰ ਰਹੇ ਹੈ। ਸ਼ੰਤ ਸਾਧ ਸੰਗਤ ਜੀ, ਛੰਦ ਦੀ ਚਾਲ ਦਾ ਨਾਮ ਹੈ ਘਰ ਪੰਜਵਾ। ਪੰਜਵੇਂ ਘਰ ਸੁਰ ਤਾਲ ਵੀ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਜਦੋਂ ਰਾਗੀ ਸਿੰਘ ਇਸ ਸ਼ਬਦ ਨੂੰ ਸਾਜ਼ਾਂ ਦੇ ਨਾਲ ਗਾਇਨ ਕਰਦੇ ਹੈ ਪੰਜਵੇਂ ਘਰ ਸੁਰ ਤਾਲ ਦੇ ਅੰਦਰ, ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ 17ਵੇਂ ਘਰ ਸੁਰ ਤਾਲ ਦੇ ਤੱਕ ਹਜੂਰ ਨੇ ਗੁਰਬਾਣੀ ਉਚਾਰਨ ਕੀਤੀ ਹੈ। ਜਿਵੇਂ ਸੰਸਕ੍ਰਿਤ ਭਾਸ਼ਾ ਦੇ ਅੰਦਰ ਸੰਸਕ੍ਰਿਤ ਦੇ ਗ੍ਰੰਥਾਂ ਦੇ ਮੁਤਾਬਿਕ 64 ਧਾਮ ਮੰਨੇ ਜਾਂਦੇ, ਭਾਵ ਕਿ 64ਵੇਂ ਘਰ ਤੱਕ ਸੁਰ ਤਾਲ ਤੱਕ ਜਿਹੜੀ ਹੈ ਸੰਸਾਰ ਦੇ ਅੰਦਰ ਬਾਣੀ ਉਚਾਰਨ ਕੀਤੀ ਜਾਂਦੀ ਹੈ। ਔਰ ਵੱਖੋ ਵੱਖਰੇ ਸੰਸਾਰ ਦੇ ਮਤਾਂ ਮਤਾਂਤਰਾਂ ਨੇ, ਵੱਖੋ ਵੱਖਰੀਆਂ ਭਾਸ਼ਾਵਾਂ ਨੇ, ਵੱਖੋ ਵੱਖਰੇ ਸੰਸਾਰ ਦੇ ਸੰਗੀਤ ਹੈ। ਤਿੰਨਾਂ ਨੂੰ ਸਾਧ ਸੰਗਤ ਜੀ ਗਾਉਣ ਦਾ, ਬੋਲਣ ਦਾ ਢੰਗ ਤਰੀਕਾ ਵੀ ਸੰਸਾਰ ਦੇ ਅੰਦਰ ਵੱਖੋ ਵੱਖਰਾ ਪ੍ਰਮਾਤਮਾ ਨੇ ਦਿੱਤਾ ਹੈ। ਔਰ ਹਜੂਰ ਨੇ ਜੋ ਪੰਜਵੇਂ ਘਰ ਸੁਰ ਤਾਲ ਦੇ ਅੰਦਰ ਜੇ ਪਾਵਨ ਸ਼ਬਦ ਉਚਾਰਨ ਕੀਤਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪ੍ਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਸਰੂਪ ਹੈ ਜੋ ਦੇਸ਼ ਕਾਲ ਵਸਤੂ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਫਿਰ ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਪ੍ਰਮਾਤਮਾ ਦਾ ਸਰੂਪ ਹੈ। ਕੋਈ ਜਾਤ ਨਹੀਂ ਹੈ ਪ੍ਰਮਾਤਮਾ ਦੀ, ਕੋਈ ਜਾਤ ਪਾਤ ਰੂਪ ਰੇਖ ਰੰਗ ਕੋਈ ਨਿਰਗੁਣ ਸਰੂਪ ਦੇ ਵਿੱਚ ਕਥਨ ਕੀਤਾ ਹੀ ਨਹੀਂ ਜਾ ਸਕਦਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹਾ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਕੋਈ ਉਚਾਰਨ ਨਹੀਂ ਕਰ ਸਕਦਾ ਕਿ ਪ੍ਰਮਾਤਮਾ ਜੀ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਇੰਨਾ ਕੋ ਆਕਾਰ ਹੈ, ਇਹੋ ਜਿਹਾ ਆਪ ਜੀ ਦਾ ਸਰੂਪ ਹੈ। ਕਿਸੇ ਜੀਵ ਦੇ ਵਿੱਚ ਇੰਨਾ ਬਲ ਨਹੀਂ, ਇਤਨੀ ਸਮਰੱਥਾ ਨਹੀਂ ਕਿ ਵਾਹਿਗੁਰੂ ਦੇ ਸਰੂਪ ਨੂੰ ਕੋਈ ਕਥਨ ਕਰ ਸਕੇ। ਐਸਾ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਸਰੂਪ ਹੈ। ਓੰਕਾਰ ਦੀ ਸ਼ਕਤੀ ਕਰਕੇ ਸਾਰੇ ਸੰਸਾਰ ਦੀ ਉਤਪਤੀ ਹੋ ਰਹੀ ਹੈ। ਓੰਕਾਰ ਦੀ ਸ਼ਕਤੀ ਕਰਕੇ ਹੀ ਸਰਬ ਜੀਵਾਂ ਦੀ ਪ੍ਰਤਪਾਲਣਾ ਹੋ ਰਹੀ ਹੈ, ਪਰਵਰਿਸ਼ ਹੋ ਰਹੀ ਹੈ। ਅਤੇ ਓੰਕਾਰ ਦੀ ਸ਼ਕਤੀ ਕਰਕੇ ਹੀ ਸੰਸਾਰ ਦੇ ਜੀਵਾਂ ਦੀ ਲੈਅਤਾ ਹੋ ਰਹੀ ਹੈ। ਸੰਸਾਰ ਦੇ ਅੰਦਰ ਜਨਮ ਹੋਣਾ, ਫਿਰ ਆਰਬਲਾ ਨੂੰ ਭੋਗਣਾ, ਸੰਸਾਰ ਦੇ ਕਰਮਾਂ ਅਨੁਸਾਰ ਪ੍ਰਾਰਬਧ ਨੂੰ ਭੋਗਣਾ, ਇਹ ਵੀ ਓੰਕਾਰ ਦੀ ਬਦੌਲਤ ਹੈ। ਫਿਰ ਜੀਵ ਦੀ ਮ੍ਰਿਤੂ ਹੋ ਜਾਣੀ, ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਸੰਸਾਰ ਤੋਂ ਕੂਚ ਕਰ ਜਾਣਾ, ਇਹ ਵੀ ਓੰਕਾਰ ਦੀ ਸ਼ਕਤੀ ਵਰਤ ਰਹੀ ਹੈ। ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਅੰਦਰ ਫਰਮਾਨ ਹਨ, ਓੰਕਾਰ ਕੀਆ ਉਤਪਾਤ, ਓੰਕਾਰ ਕੀਆ ਜਿਨ ਚੇਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਕਹਿੰਦੇ ਕਿ ਵੇਦਾਂ ਦਾ ਨਿਰਮਾਣ ਵੀ ਓੰਕਾਰ ਦੀ ਸ਼ਕਤੀ ਦੁਆਰਾ ਹੀ ਹੋਇਆ ਹੈ। ਜੋ ਕੁਝ ਵੀ ਸੰਸਾਰ ਦੇ ਅੰਦਰ ਦਿਸਦਾ ਹੈ ਜਾਂ ਕੰਨਾਂ ਦੇ ਨਾਲ ਸੁਣਦਾ ਹੈ, ਭਾਵੇਂ ਪ੍ਰਤੱਖ ਸ਼ਕਤੀਆਂ ਨੇ, ਭਾਵੇਂ ਗੁਪਤ ਰੂਪ ਦੇ ਵੀ ਸ਼ਕਤੀਆਂ ਵਰਤ ਰਹੀਆਂ ਨੇ, ਹਰ ਇੱਕ ਸ਼ਕਤੀ ਪ੍ਰਮਾਤਮਾ ਦੀ ਓੰਕਾਰ ਦੀ ਸ਼ਕਤੀ ਕਰਕੇ ਹੀ ਪੈਦਾ ਹੋਈ ਹੈ। ਔਰ ਹਜੂਰ ਕਹਿੰਦੇ ਨੇ ਸਤ ਸਦਾ ਰਹਿਣ ਵਾਲਾ, ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰ ਚੇਤਨ ਸਰੂਪ ਹੈ। ਸੰਸਾਰ ਦੇ ਅੰਦਰ ਜੀਵਾਂ ਨੂੰ ਚੇਤਨਤਾ ਪ੍ਰਦਾਨ ਕਰਨ ਵਾਲਾ,
ਔਰ ਜੋ ਪ੍ਰਬਲ ਮਾਇਆ ਇਸ ਨੂੰ ਵੀ ਚੇਤਨਤਾ ਦੇਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਮਾਇਆ ਸਾਧ ਸੰਗਤ ਜੀ ਆਪੋ ਵਿੱਚ ਜੜ ਹੈ, ਆਪਣਾ ਇਹਦਾ ਕੋਈ ਬਲ ਨਹੀਂ। ਪ੍ਰਮਾਤਮਾ ਦੀ ਚੇਤਨਤਾ ਆਈ ਤਾਂ ਇਹ ਪ੍ਰਬਲ ਬਣ ਗਈ, ਕਿਸੇ ਤੋਂ ਇੰਨੀ ਭਲੀ ਹੈ ਜਿੱਤੀ ਨਹੀਂ ਜਾ ਸਕਦੀ, ਇੰਨਾ ਇਸ ਪ੍ਰਬਲ ਮਾਇਆ ਦਾ ਬਲ ਹੈ। ਤੇ ਹਜੂਰ ਨੇ ਉਚਾਰਨ ਕੀਤਾ ਪ੍ਰਸਾਦ, ਇੱਕ ਰਸ ਰਹਿਣ ਵਾਲਾ ਪਰਮੇਸ਼ਰ ਆਨੰਦ ਸਰੂਪ ਹੈ। ਸਾਧ ਸੰਗਤ ਜੀ, ਜੋ ਇਹ ਮਾਇਆ ਹੈ ਨਾ, ਇਹ ਜੜ ਰੂਪ ਹੈ, ਦੁੱਖ ਰੂਪ ਹੈ। ਸੰਸਾਰ ਦੇ ਅੰਦਰ ਅਸਤ ਜੜ ਤੇ ਦੁੱਖ ਰੂਪ ਮੰਨੀ ਜਾਂਦੀ ਹੈ, ਪਰ ਪਰਮੇਸ਼ਰ ਦਾ ਜੋ ਓੰਕਾਰ ਦਾ ਸਰੂਪ ਹੈ ਉਹ ਸਤ, ਚੇਤਨ ਅਤੇ ਆਨੰਦ ਸਰੂਪ ਹੈ। ਇਸ ਲਈ ਮਹਾਰਾਜ ਕਹਿੰਦੇ ਹਨ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਜੀਵ ਜੇ ਵਾਹਿਗੁਰੂ ਦੀ ਸ਼ਕਤੀ ਨੂੰ ਪਾਉਣਾ ਚਾਹੁੰਦਾ ਹੈ ਤਾਂ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ। ਮੇਰੇ ਮਨ ਪਰਦੇਸੀ ਵੇ ਪਿਆਰੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਹੇ ਮੇਰੇ ਪਿਆਰੇ ਮਨਾ, ਹੇ ਮੇਰੇ ਪਿਆਰੇ ਪਰਦੇਸੀ ਮਨਾ, ਸੰਸਾਰ ਦੇ ਅੰਦਰ ਤੂੰ ਐਵੇਂ ਪਰਦੇਸਾਂ ਦੇ ਵਿੱਚ ਭਟਕਦਾ ਫਿਰ ਰਿਹਾ, ਜਿਵੇਂ ਕੋਈ ਪਰਦੇਸ ਦੇ ਵਿੱਚ ਗਿਆ ਹੋਵੇ ਨਾ। ਤੇ ਸਾਧ ਸੰਗਤ ਜੀ, ਪਰਿਵਾਰ ਦੇ ਵਿੱਚ ਜਿਸ ਨੂੰ ਫਿਕਰ ਹੋਵੇ ਨਾ, ਬਹੁਤ ਲੰਬੇਰਾ ਸਮਾਂ ਗਿਆ ਹੋਵੇ ਘਰ ਦੇ ਕਿਸੇ ਸੰਬੰਧੀ ਨੂੰ ਪਰਦੇਸ ਵਿੱਚ ਗਿਆ ਹੋਇਆ, ਤੇ ਪਰਿਵਾਰ ਵਾਲੇ ਬਾਰ-ਬਾਰ ਉਸ ਨੂੰ ਯਾਦ ਕਰਦੇ ਹੈ। ਹੇ ਪਰਦੇਸੀ ਬਣ ਗਿਆ, ਤੂੰ ਘਰ ਦੇ ਵਿੱਚ ਵਾਪਸ ਆ, ਆਪਣੇ ਘਰ ਦੇ ਵਿੱਚ ਆ ਕਰਕੇ ਸੁੱਖ ਪ੍ਰਾਪਤ ਕਰਨਾ ਕਰ। ਘਰ ਜੈਸਾ ਸੁੱਖ ਤੈਨੂੰ ਕਿਤੇ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਮਹਾਰਾਜ ਹਜੂਰ ਮਨ ਨੂੰ ਸੰਬੋਧਨ ਕਰਦੇ ਹੋਏ ਬਖਸ਼ਿਸ਼ ਕਰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ। ਹੇ ਮੇਰੇ ਪਿਆਰੇ ਮਨਾ, ਤੂੰ ਪਰਦੇਸੀ ਬਣ ਚੁੱਕਾ ਹੈ। ਭਾਵ ਕਦੇ ਕਿਸੇ ਜੂਨ ਰੂਪੀ ਪਰਦੇਸ ਵਿੱਚ ਚਲਾ ਜਾਂਦਾ, ਕਦੇ ਉੱਤਰ ਦੀ ਦਿਸ਼ਾ ਵੱਲ ਜਨਮ ਧਾਰਨ ਕਰਦਾ, ਕਦੇ ਪੂਰਬ ਦੀ, ਕਦੇ ਪੱਛਮ ਦੀ, ਕਦੇ ਦੱਖਣ ਦੀ ਦਿਸ਼ਾ ਵੱਲ। ਇਹ ਸੰਸਾਰ ਦੇ 10 ਦਿਸ਼ਾਵਾਂ ਰੂਪੀ ਪ੍ਰਦੇਸ਼ਾਂ ਦੇ ਵਿੱਚ ਤੂੰ ਭਟਕ ਰਿਹਾ ਹੈ। ਕਦੇ ਕਿਸੇ ਜੂਨ ਨੂੰ ਜਨਮ ਧਾਰਨ ਕਰ ਲੈਂਦਾ, ਕਦੇ ਕਿਸੇ ਜੂਨ ਦੇ ਵਿੱਚ ਤੂੰ ਜਨਮ ਧਾਰਨ ਕਰ ਲੈਂਦਾ। ਹੈ ਮੇਰੇ ਪਿਆਰੇ ਪਰਦੇਸੀ ਮਨਾ, ਆਓ ਕਰੇ ਤੂੰ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਣਾ ਕਰ। ਹੋਰ ਕਦੇ ਕੁਸੰਗਤ ਰੂਪੀ ਪਰਦੇਸ ਵਿੱਚ ਚਲਾ ਜਾਂਦਾ ਹੈ, ਕਦੇ ਸੰਸਾਰ ਦੇ ਹੋਰ ਮਾੜੀ ਸੰਗਤ ਰੂਪੀ ਪਰਦੇਸ ਵਿੱਚ ਚਲਾ ਜਾਂਦਾ ਹੈ, ਹੋਰ ਸੰਸਾਰ ਦੀ ਭਟਕਣਾ ਰੂਪੀ ਪਰਦੇਸਾਂ ਦੇ ਵਿੱਚ ਤੂੰ ਭਟਕਦਾ ਰਹਿੰਦਾ ਹੈ। ਹੇ ਮੇਰੇ ਪਿਆਰੇ ਮਨਾ, ਤੂੰ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਣਾ ਕਰ, ਜਿਸ ਕਰਕੇ ਤੂੰ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਪਹੁੰਚ ਸਕੇਂਗਾ। ਐਵੇਂ ਹੋਰ ਪਰਾਏ ਘਰਾਂ ਦੇ ਵਿੱਚ ਤੂੰ ਪਰਦੇਸੀ ਮਨਾ, ਤੂੰ ਦਰ ਦਰ ਤੇ ਠੋਕਰਾਂ ਖਾ ਰਿਹਾ ਹੈ। ਆਪਣੇ ਸਰੂਪ ਰੂਪੀ ਘਰ ਦੇ ਵਿੱਚ ਕਿਉਂ ਨਹੀਂ ਆ ਜਾਂਦਾ? ਸਰੂਪ ਰੂਪੀ ਘਰ ਦੇ ਵਿੱਚ ਆ। ਹੇ ਮੇਰੇ ਪਿਆਰੇ ਪਰਦੇਸੀ ਮਨਾ, ਤੂੰ ਐਵੇਂ ਦਰ ਦਰ ਤੇ ਠੋਕਰਾਂ ਖਾ ਰਿਹਾ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਹਜੂਰ ਦਾ ਭਗਤ ਰਸਨਾ ਦੁਆਰਾ ਗੁਰਬਾਣੀ ਵਿੱਚ ਫਰਮਾਨ ਹੈ। ਭਗਤ ਕਬੀਰ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਇਹ ਜੀਵ ਨੂੰ ਸੰਸਾਰ ਦੇ ਅੰਦਰ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ ਪਰਮਾਤਮਾ ਦੀ ਭਗਤੀ ਕਰਨੇ ਦੇ ਲਈ। ਜੀਵਨ ਦੀ ਸਫਲਤਾ ਬਣਾਉਣ ਵਾਸਤੇ ਪਰਮਾਤਮਾ ਨੇ ਸ਼ੁਭ ਅਵਸਰ ਦਿੱਤਾ ਹੈ, ਪਰ ਬੇਗਿਆਤ ਹੋਣੇ ਕਰਕੇ ਸੰਸਾਰ ਦੇ ਵਿਸ਼ੇ ਵਾਸ਼ਨਾ ਵਿਕਾਰਾਂ ਔਗਣਾ ਪਾਪ ਕਰਮਾਂ ਦੇ ਵਿੱਚ ਗਲਤਾਨ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰੀ ਜਾ ਰਿਹਾ ਹੈ। ਅਮੋਲਕ ਜੀਵਨ ਆਪਣਾ ਬਰਬਾਦ ਕਰੀ ਜਾ ਰਿਹਾ ਹੈ। ਸ਼ੁਭ ਅਵਸਰ ਆਪਣਾ ਅਜ਼ਾਈ ਲੰਘਾਈ ਜਾ ਰਿਹਾ ਹੈ। ਪਰਮਾਤਮਾ ਦਾ ਸਿਮਰਨ ਨਹੀਂ ਕਰਦਾ, ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਨਹੀਂ ਹੈ। ਗਰੀਬ ਨਵਾਜ ਹਜੂਰ ਨੇ ਉਚਾਰਨ ਕੀਤਾ ਹੈ, ਕਬੀਰ ਪਰਦੇਸੀ ਕਾ ਘਾਗਰੈ ਚਾਹੁ ਦਿਸ ਲਾਗੇ ਆਗ, ਖਿੰਥਾ ਜਲ ਕੋਇਲਾ ਭਈ ਤਾਗੇ ਆਚ ਨਾ ਲਾਗ। ਇਸ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਦੁਆਰਾ ਹਜੂਰ ਨੇ ਉਪਦੇਸ਼ ਦਿੱਤਾ ਹੈ। ਕਹਿੰਦੇ ਹਨ ਕਬੀਰ ਪਰਦੇਸੀ ਕਾ ਘਾਗਰੈ। ਘਾਗਰਾ ਜਿਵੇਂ ਘੱਗਰਾ ਹੁੰਦਾ ਨਾ, ਬੀਬੀਆਂ ਸਾਧ ਸੰਗਤ ਜੀ ਧਾਰਨ ਪਾਉਂਦੀਆਂ ਨੇ ਆਪਣੇ ਤਨ ਦੇ ਉੱਪਰ, ਕੱਪੜੇ ਵੀ
ਤਰ੍ਹਾਂ ਤਰ੍ਹਾਂ ਦੇ ਵੱਖੋ ਵੱਖਰੇ ਲਿਬਾਸ ਦੇ ਪਾਏ ਜਾਂਦੇ ਹੈ। ਜਿਵੇਂ ਇੱਕ ਘੱਗਰਾ ਹੁੰਦਾ ਹੈ, ਚੌਹਾਂ ਪਾਸਿਆਂ ਤੋਂ ਖੁੱਲ੍ਹਾ ਹੁੰਦਾ ਚੋਲੇ ਦੀ ਤਰ੍ਹਾਂ। ਕਬੀਰ ਪਰਦੇਸੀ ਕਾ ਘਾਗਰ ਹੈ। ਕਹਿੰਦੇ ਹਨ ਇਹ ਜਿਹੜਾ ਪਰਦੇਸੀ ਜੀਵ ਹੈ ਨਾ, ਸੰਸਾਰ ਦੇ ਵਿੱਚ ਆਇਆ ਹੋਇਆ, ਕਦੇ ਕਿਸੇ ਜੂਨ ਦੇ ਵਿੱਚ ਭਟਕਦਾ ਹੈ, ਕਦੇ ਕਿਸੇ ਜੂਨ ਰੂਪੀ ਪਰਦੇਸ ਦੇ ਵਿੱਚ ਚਲਾ ਜਾਂਦਾ ਹੈ। ਚਾਹੋ ਦਿਸ ਲਾਗੀ ਆਗ, ਚੌਹਾਂ ਪਾਸਿਆਂ ਤੋਂ ਇਹ ਸਰੀਰ ਰੂਪੀ ਘੱਗਰੇ ਨੂੰ ਅੱਗ ਲੱਗੀ ਹੋਈ ਹੈ। ਜੇ ਤਾਂ ਸਾਧ ਸੰਗਤ ਜੀ ਤਨ ਤੇ ਪਾਏ ਹੋ ਕੱਪੜੇ ਨੂੰ ਇੱਕ ਪਾਸਿਓਂ ਕਿਤੇ ਅਚਨਚੇਤ ਅੱਗ ਲੱਗ ਜਾਵੇ, ਉਹਨੂੰ ਯਤਨ ਕਰਕੇ ਬੁਝਾਇਆ ਜਾ ਸਕਦਾ ਹੈ। ਜੇ ਚੌਹਾਂ ਪਾਸਿਆਂ ਤੋਂ ਪਾਏ ਹੋਏ ਤਨ ਤੇ ਵਸਤਰ ਨੂੰ ਅੱਗ ਲੱਗ ਜਾਵੇ ਤੇ ਫਿਰ ਯਤਨ ਵੀ ਨਹੀਂ ਚੰਗੀ ਤਰ੍ਹਾਂ ਕੀਤਾ ਜਾਂਦਾ, ਕਿਵੇਂ ਕੋਈ ਬੁਝਾ ਸਕੇਗਾ? ਫਿਰ ਉਹ ਮਨੁੱਖ ਵਿੱਚ ਹੀ ਸੜ ਜਾਂਦਾ, ਅੱਗ ਦੇ ਵਿੱਚ ਹੀ ਸੜਦਾ ਰਹਿੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਕਿ ਸਰੀਰ ਰੂਪੀ ਜਿਹੜਾ ਘੱਗਰਾ ਪਾਇਆ ਹੋਇਆ ਨਾ, ਹਜੂਰ ਕਹਿੰਦੇ ਹੈ ਪਰਦੇਸੀ ਮਨਾ ਤੂੰ ਸਰੀਰ ਰੂਪੀ ਜਿਹੜਾ ਤਨ ਰੂਪੀ ਘੱਗਰਾ ਪਾਇਆ, ਇਹਨੂੰ ਚੌਹਾਂ ਪਾਸਿਆਂ ਤੋਂ ਭਾਵ ਇਹ ਜਿਹੜੇ ਇੰਦਰੀ ਹੈ ਨਾ, ਇਹ ਚੌਹਾਂ ਪਾਸਿਆਂ ਤੋਂ ਜਾਣਨ ਕਰ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਔਰ ਨੇਤਰਾਂ ਦੇ ਨਾਲ ਪਰਾਏ ਰੂਪਾਂ ਨੂੰ ਤੱਕਦਾ ਹੈ, ਜ਼ੁਬਾਨ ਤੋਂ ਪਰਾਈ ਨਿੰਦਿਆ ਦੀ ਅੱਗ ਲੱਗੀ ਹੈ। ਔਰ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਕੰਨਾਂ ਦੇ ਦੁਆਰਾ ਇਹ ਪਰਾਈ ਨਿੰਦਿਆ ਸੁਣਨ ਦੀ ਅੱਗ ਲੱਗੀ ਹੋਈ ਪ੍ਰਭਾਵ ਚੌਹਾਂ ਪਾਸੇ ਤੋਂ ਮਹਾਰਾਜ ਕਹਿੰਦੇ ਸਰੀਰ ਰੂਪੀ ਘੱਗਰੇ ਨੂੰ ਵਿਕਾਰਾਂ ਦੀ ਅੱਗ ਲੱਗੀ ਪਈ ਹੈ। ਤੇ ਜਿਸ ਮਨੁੱਖ ਨੂੰ ਚੌਹਾਂ ਪਾਸਿਆਂ ਤੋਂ ਵਿਕਾਰਾਂ ਦੀ ਅੱਗ ਨੇ ਸਾਧ ਸੰਗਤ ਜੀ ਘੇਰਾ ਪਾਇਆ ਹੋਇਆ, ਉਹਦਾ ਭਲਾ ਬਚਾਅ ਕਿਵੇਂ ਹੋ ਸਕਦਾ ਹੈ? ਜੇ ਥੋੜਾ ਬਹੁਤਾ ਮਨ ਦੇ ਅੰਦਰ ਕੋਈ ਦੋਸ਼ ਹੋਵੇ, ਇੱਕ ਅੱਧਾ ਵਿਕਾਰ ਹੋਵੇ, ਕੋਈ ਔਗਣ ਹੋਵੇ, ਉਹਨੂੰ ਤਾਂ ਕੋਈ ਨਾ ਕੋਈ ਯਤਨ ਕਰਕੇ ਵਿਕਾਰ ਰੂਪੀ ਅੱਗ ਨੂੰ ਬੁਝਾ ਲਵੇਗਾ। ਪਰ ਚੌਹਾਂ ਪਾਸਿਆਂ ਤੋਂ ਵਿਕਾਰਾਂ ਰੂਪੀ ਅੱਗ ਨੇ ਘੇਰਾ ਪਾਇਆ, ਕਿਵੇਂ ਇਹ ਜੀਵ ਦਾ ਬਚਾਅ ਹੋਵੇਗਾ? ਇਸ ਅੱਗ ਦੇ ਕਰਕੇ ਮਨੁੱਖ ਫਿਰ ਨਰਕਾਂ ਦੀ ਅੱਗ ਦੇ ਵਿੱਚ ਬਾਰ-ਬਾਰ ਸੜਦਾ ਰਹਿੰਦਾ ਹੈ। ਜੀਵਨ ਕਾਲ ਦੌਰਾਨ ਵੀ ਕਦੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਹੈ, ਕਦੇ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੈ, ਕਦੇ ਇਸੇ ਤਰ੍ਹਾਂ ਵਿਕਾਰਾਂ ਦੀ ਭੱਠੀ ਦੇ ਵਿੱਚ ਬਾਰ-ਬਾਰ ਭੁੱਜਦਾ ਤੇ ਸੜਦਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਨ ਤੋਂ ਬਾਅਦ ਵਿੱਚ ਫਿਰ ਨਰਕਾਂ ਦੀ ਅੱਗ ਦੇ ਵਿੱਚ ਬਾਰ-ਬਾਰ ਸੜਦਾ ਰਹਿੰਦਾ ਹੈ। ਔਰ ਹਜੂਰ ਨੇ ਉਚਾਰਨ ਕੀਤਾ ਹੈ, ਕਹਿੰਦੇ ਹਨ ਕਬੀਰ ਪਰਦੇਸੀ ਕਾ ਘਾਗਰ ਹੈ, ਚਾਹੋ ਦਿਸ ਲਾਗੀ ਆਗ, ਖਿੰਥਾ ਜਲ ਕੋਇਲਾ ਭਈ, ਤਾਗੇ ਆਂਚ ਨਾ ਲਾਗ। ਕਹਿੰਦੇ ਹਨ ਕਿ ਜਿਹੜੇ ਜਿਨ੍ਹਾਂ ਨੇ ਬੇਪਰਵਾਹ ਹੋ ਕਰਕੇ ਸੰਸਾਰ ਦੇ ਵਿਸ਼ਿਆਂ ਵਿਕਾਰਾਂ ਨੂੰ ਵੀ ਅੱਗ ਨੂੰ ਹੱਥ ਪਾਇਆ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੜਨਾ ਹੀ ਕੀਤਾ ਹੈ, ਉਹਨਾਂ ਦਾ ਬਚਾਅ ਨਹੀਂ ਕਦਾਚਿਤ ਵੀ ਹੋ ਸਕਿਆ। ਪਰ ਜਿਹੜੇ ਬੇਪਰਵਾਹ ਭਾਵ ਜਿਨ੍ਹਾਂ ਨੇ ਪਰਵਾਹ ਕਰਨਾ ਕੀਤੀ ਹੈ ਕਿ ਜੇ ਵਿਕਾਰਾਂ ਨੂੰ ਵੀ ਅੱਗ ਨੂੰ ਹੱਥ ਪਾਇਆ ਤੇ ਅਸੀਂ ਸੜ ਜਾਵਾਂਗੇ, ਜਿਨ੍ਹਾਂ ਨੇ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਆਸ ਲੈ ਕਰਕੇ ਸ਼ਬਦ ਦਾ ਅਭਿਆਸ ਕੀਤਾ ਹੈ, ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਐਸੇ ਜਿਹੜੇ ਵਡਭਾਗੇ ਸਮਝਦਾਰ ਸੂਝਵਾਨ ਗੁਰੂ ਕੇ ਪਿਆਰ ਵਾਲੇ ਸਿੱਖ ਹਨ, ਮਹਾਰਾਜ ਕਹਿੰਦੇ ਤਾਗੇ ਆਂਚ ਨਾ ਲਾਗ। ਤਾਗੇ ਤਿਨਾਂ ਦੇ ਸਰੀਰ ਰੂਪੀ ਕੱਪੜੇ ਨੂੰ ਕਦੇ ਵੀ ਵਿਕਾਰਾਂ ਰੂਪੀ ਅੱਗ ਨੇ ਸੇਕ ਨਹੀਂ ਲਾਉਣਾ ਕੀਤਾ। ਉਹ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਦੇ ਹੈ। ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ, ਕਹਿੰਦੇ ਜਿਹੜਾ ਬੇਸਮਝ ਮਨੁੱਖ ਹੈ ਨਾ, ਮਨ ਦਾ ਅਲੰਕਾਰ ਬਣਾ ਕੇ ਸਤਿਗੁਰੂ ਜੀ ਨੇ ਸਮਝਾਇਆ। ਕਹਿੰਦੇ ਹਨ ਕਿ ਬੇਸਮਝ ਮਨੁੱਖ ਜਿਹੜਾ ਹੈ ਨਾ, ਬੱਚੇ ਦੀ ਤਰ੍ਹਾਂ ਉਹਦੀ ਜ਼ਿੰਦਗੀ ਹੁੰਦੀ ਹੈ। ਜਿਵੇਂ ਬਾਲਕ ਬੱਚਾ ਧਰਤੀ ਤੇ ਖੇਡਦਾ ਰਿੜਦਾ ਅੱਗ ਨੂੰ ਲਾਟ ਨੂੰ ਦੇਖ ਕਰਕੇ ਉਹਦੇ ਵਿੱਚ ਯਤਨ ਕਰਦਾ ਕਿ ਮੈਂ ਹੱਥ ਪਾ ਲਵਾਂ, ਨੂੰ ਫੜ ਲਵਾਂ, ਜਾਂ ਫਿਰ ਭਾਵੇਂ ਸੱਪ ਹੋਵੇ, ਠੂਆ ਠੱਪਾ, ਕੋਈ ਸਾਧ ਸੰਗਤ ਜੀ ਜ਼ਹਿਰੀਲਾ ਕੀੜਾ ਮਕੌੜਾ ਹੋਵੇ, ਉਹਨੂੰ ਫੜਨ ਦਾ ਯਤਨ ਕਰਦਾ। ਪਤਾ ਨਹੀਂ ਹੈ ਕਿ ਮੇਰਾ ਨੁਕਸਾਨ ਹੋਵੇਗਾ, ਡੰਗ ਮਾਰੇਗਾ, ਮੇਰੀ ਮੌਤ ਹੋ ਜਾਵੇਗੀ, ਅੱਗ ਦੇ ਵਿੱਚ ਹੱਥ ਪਾ ਦਿੱਤਾ ਤੇ ਮੈਂ ਸੜ ਜਾਵਾਂਗਾ, ਮਰ ਜਾਵਾਂਗਾ, ਪਤਾ ਹੀ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੀ ਬੇਸਮਝ ਅਗਿਆਤ ਮਨੁੱਖ ਦਾ ਜੀਵਨ ਹੈ, ਪਤਾ ਹੀ ਨਹੀਂ ਹੈ, ਕਦੇ ਕਾਮ ਕ੍ਰੋਧ ਰੂਪੀ ਸੱਪਾਂ ਨੂੰ ਹੱਥ ਪਾਉਂਦਾ ਰਹਿੰਦਾ। ਇਸੇ ਤਰ੍ਹਾਂ ਕਦੇ ਈਰਖਾ ਦੀ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਬਾਰ-ਬਾਰ ਹੱਥ ਪਾਉਂਦਾ ਰਹਿੰਦਾ ਤੇ ਮਹਾਰਾਜ ਕਹਿੰਦੇ ਫਿਰ ਬਾਅਦ ਵਿੱਚ ਸੜਦਾ ਰਹਿੰਦਾ ਹੈ। ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਜ਼ਿੰਦਗੀ ਜਿਹੜੀ ਅਜ਼ਾਈ ਲੰਘ ਜਾਂਦੀ ਹੈ।
ਤੇ ਬਾਅਦ ਵਿੱਚ ਫਿਰ ਪਛਤਾਤਾਪ ਕਰਦਾ ਰਹਿੰਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਕਹਿੰਦੇ ਨੇ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਹੇ ਮੇਰੇ ਪਿਆਰੇ ਪਰਦੇਸੀ ਮਨਾ, ਤੂੰ ਬਹੁਤ ਹੁਣ ਸੰਸਾਰ ਦੇ ਜੂਨਾਂ ਦੇ ਵਿੱਚ ਭਟਕ ਕਰਕੇ ਦੇਖ ਲਿਆ। ਇੱਕ ਵਾਰ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਆ ਕਰਕੇ ਤਾਂ ਦੇਖ। ਹੇ ਮਨਾ, ਤੂੰ ਸੰਸਾਰ ਦੀ ਭਟਕਣਾ ਵਿੱਚ ਪੈ ਕੇ ਦਰ ਦਰ ਤੇ ਬਹੁਤ ਠੋਕਰਾਂ ਖਾ ਖਾ ਕਰਕੇ ਦੇਖ ਲਈਆਂ, ਬਹੁਤ ਸੰਸਾਰ ਦੇ ਪਰਦੇਸਾਂ ਵਿੱਚ ਫਿਰ ਕਰਕੇ ਦੇਖ ਲਿਆ, ਕਿਤੇ ਵੀ ਤੈਨੂੰ ਆਤਮਿਕ ਸੁੱਖ ਨਹੀਂ ਨਾ ਪ੍ਰਾਪਤ ਹੋਇਆ। ਆਓ ਘਰੇ, ਇੱਕ ਵਾਰ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਤਾਂ ਆ ਕਰਕੇ ਦੇਖ, ਵੇਖੀ ਕਿੰਨਾ ਤੈਨੂੰ ਆਨੰਦ ਪ੍ਰਾਪਤ ਹੁੰਦਾ ਹੈ। ਇੱਕ ਵਾਰ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕਰਕੇ ਤਾਂ ਦੇਖ, ਫਿਰ ਦੇਖਣਾ ਕਿ ਤੈਨੂੰ ਕਿੰਨਾ ਹਿਰਦੇ ਦਾ ਸਕੂਨ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਤਾਂ ਦੇਖ, ਫਿਰ ਦੇਖੀ ਤੇਰੇ ਹਿਰਦੇ ਅੰਦਰ ਕਿੰਨੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਹਜੂਰ ਨੇ ਸਤ ਸੰਗਤ ਜੀ ਗੁਰਬਾਣੀ ਵਿੱਚ ਹੋਰ ਵੀ ਬੜੇ ਪਿਆਰੇ ਬਚਨ ਉਚਾਰਨ ਕੀਤੇ ਹੈ। ਕਹਿੰਦੇ ਹਨ, ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ। ਉਦੋਂ ਤੱਕ ਸੰਸਾਰ ਰੂਪੀ ਦੇਸ਼ ਵੀ ਪਰਾਇਆ ਲੱਗਦਾ ਜਦੋਂ ਤੱਕ ਮਨ ਪਰਦੇਸੀ ਹੋਇਆ ਰਹਿੰਦਾ, ਜਦੋਂ ਤੱਕ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਨਹੀਂ ਆਉਣਾ ਕਰਦਾ। ਜਦੋਂ ਪਿਆਰੀ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਂਦਾ ਤਾਂ ਸਮਝ ਪੈਂਦੀ ਹੈ ਕਿ ਜਿਤਨਾ ਵੀ ਸੰਸਾਰ ਹੈ ਇਹ ਸਭ ਪਰਮਾਤਮਾ ਦਾ ਹੀ ਸਰੂਪ ਹੈ। ਫਿਰ ਸਮਝ ਪੈ ਜਾਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੇ ਮਨਾ, ਤੂੰ ਪਰਮਾਤਮਾ ਦਾ ਸਰੂਪ ਹੈ। ਆਪਣੀ ਵੀ ਸਮਝ ਪੈ ਜਾਂਦੀ ਹੈ ਤੇ ਫਿਰ ਸੰਸਾਰ ਦੀ ਵੀ ਸਮਝ ਆ ਜਾਂਦੀ ਹੈ ਕਿ ਜੋ ਦਿਸੈ ਸੋ ਤੇਰਾ ਰੂਪ। ਹੇ ਪਰਮਾਤਮਾ ਜੀ, ਜੋ ਕੁਝ ਵੀ ਦ੍ਰਿਸ਼ਟੀ ਵਿੱਚ ਆ ਰਿਹਾ ਹੈ ਨਾ, ਜੋ ਕੁਝ ਵੀ ਨਜ਼ਰ ਆ ਰਿਹਾ ਮਹਾਰਾਜ, ਸਭ ਕੁਝ ਆਪ ਜੀ ਦਾ ਹੀ ਬਣਾਇਆ ਹੋਇਆ ਤੁਹਾਡਾ ਆਪਣਾ ਸਰੂਪ ਹੈ। ਪਰ ਮਹਾਰਾਜ ਕਹਿੰਦੇ, ਜੇ ਇਹ ਪਿਆਰਾ ਪਰਦੇਸੀ ਮਨ ਜੇ ਸਤ ਸੰਗਤ ਰੂਪੀ ਘਰ ਵਿੱਚ ਆਵੇ ਤਾਂ ਹੀ ਇਹਨੂੰ ਸਮਝ ਪਵੇਗੀ ਨਾ। ਜੇ ਗਰੀਬ ਨਵਾਜ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਦਾ ਹੈ, ਹਜੂਰ ਫਰਮਾਉਂਦੇ, ਹੈ ਪਿਆਰੇ ਮਨਾ, ਤੂੰ ਸਤ ਸੰਗਤ ਰੂਪੀ ਘਰ ਦੇ ਵਿੱਚ ਆਉਣਾ ਕਰ। ਹੇ ਮੇਰੇ ਪਿਆਰੇ ਮਨਾ, ਤੂੰ ਹੋਰ ਦਰ ਦਰ ਤੇ ਠੋਕਰਾਂ ਖਾ ਰਿਹਾ ਹੈ। ਹੇ ਜੀਵ, ਤੂੰ ਆਪਣੇ ਮਨ ਨੂੰ ਅਧੂਰੇ ਔਰ ਭੇਖੀਆਂ ਦੇ ਪਿੱਛੇ ਲਗਾਉਂਦਾ ਪਿਆ। ਇੱਕ ਵਾਰ ਪੂਰੀ ਸਤਿਗੁਰੂ ਜੀ ਦੇ ਨਾਲ ਤਾਂ ਇਸ ਮਨ ਨੂੰ ਮੇਲਣਾ ਕਰ। ਹੇ ਜੀਵ, ਹੋਰ ਦਰ ਦਰ ਤੇ ਜਿੱਥੇ ਠੋਕਰਾਂ ਖਾਂਦਾ ਫਿਰਦਾ, ਕਿੰਨੇ ਕਿੰਨੇ ਯਤਨ ਕਰਦਾ ਸੁਖ ਪਾਉਣ ਦੇ ਵਾਸਤੇ। ਇੱਕ ਵਾਰ ਪੂਰੇ ਸਤਿਗੁਰੂ ਜੀ ਦੇ ਨਾਲ ਤਾਂ ਇਸ ਮਨ ਨੂੰ ਮੇਲ ਕਰਕੇ ਦੇਖਣਾ ਕਰ। ਫਿਰ ਹਰੀ ਅਕਾਲ ਪੁਰਖ ਪਰਮਾਤਮਾ ਤੇਰੇ ਹਿਰਦੇ ਘਰ ਦੇ ਵਿੱਚ ਨਿਵਾਸ ਕਰ ਲਵੇਗਾ। ਜੇਕਰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਦੇ ਨਾਲ ਹੈ ਜੀਵ, ਤੂੰ ਆਪਣੇ ਮਨ ਨੂੰ ਮਿਲਾ ਦੇਵੇਂ। ਪਰ ਮਨ ਕਰਕੇ ਕਿੱਥੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ। ਮਨ ਕਰਕੇ ਤਾਂ ਹੋਰ ਹੀ ਦਰ ਦਰ ਤੇ ਠੋਕਰਾਂ ਖਾਂਦਾ ਰਹਿੰਦਾ। ਮਨ ਕਰਕੇ ਤਾਂ ਸਾਧ ਸੰਗਤ ਜੀ ਖਿਮਾ ਕਰਨਾ ਸੀ, ਹੋਰ ਹੀ ਦਰ ਦਰ ਤੇ ਭਰੋਸਾ ਬਣਾਈ ਬੈਠੇ ਹਾਂ। ਤਨ ਕਰਕੇ ਲੋਕ ਲੱਜਾ ਰੱਖਣ ਦੇ ਵਾਸਤੇ ਭਾਵੇਂ ਅਸੀਂ ਜ਼ਰੂਰ ਕਹੀ ਜਾਂਦੇ ਕਿ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ ਹਾਂ, ਸਿੱਖਾਂ ਦੇ ਘਰ ਸਾਡਾ ਜਨਮ ਹੋਇਆ, ਪਰ ਖਿਮਾ ਕਰਨਾ ਕੋਈ ਸਿੱਖਾਂ ਵਾਲੇ ਸਾਡੇ ਅੱਜ ਕਰਮ ਨਹੀਂ ਰਹਿ ਗਏ। ਦਾਰਾ ਸਿੰਘ ਕੋਈ ਵੀ ਨਹੀਂ ਛੱਡਦੇ। ਜਿੱਥੇ ਦੇਖਿਆ ਜਮਨਾ ਗਏ ਤੇ ਜਮਨਾ ਦਾਸ ਬਣ ਗਏ। ਔਰ ਜਿੱਦਾਂ ਦਾ ਸਾਧ ਸੰਗਤ ਜੀ ਲਿਬਾਸ ਦੇਖਿਆ ਉੱਦਾਂ ਦਾ ਲਿਬਾਸ ਅਸੀਂ ਧਾਰਨ ਕਰ ਲੈਂਦੇ ਹਾਂ। ਜਿੱਥੇ ਬਹੁ ਗਿਣਤੀ ਲੋਕਾਂ ਦੀ ਦਿਸਦੀ ਹੈ, ਇਹ ਮਨ ਵਿੱਚ ਇਹ ਵਿਚਾਰ ਆ ਜਾਂਦੀ ਹੈ ਕਿ ਬਾਬਾ ਬੜਾ ਹੀ ਇੱਥੇ ਕਲਾਵਾਨ, ਬੜੀਆਂ ਸ਼ਕਤੀਆਂ ਵਾਲਾ ਹੋਵੇਗਾ। ਬੜੇ ਲੋਕ ਉੱਥੇ ਪੁੱਜ ਕਰਕੇ ਜਾਂਦੇ ਆ, ਪਰ ਸਮਝਣ ਤੇ ਵਿਚਾਰਨ ਤੋਂ ਬਿਨਾਂ ਅੱਖਾਂ ਦਾ ਧੋਖਾ ਹੈ। ਇਹ ਸੰਸਾਰ ਦੇ ਦਰ ਦਰ ਤੇ ਅਸੀਂ ਠੋਕਰਾਂ ਖਾਂਦੇ ਰਹਿੰਦੇ ਹਾਂ। ਹਜੂਰ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਕਹਿੰਦੇ ਹਨ, ਹੇ ਜੀਵਾ, ਇੱਕ ਵਾਰ ਪੂਰੀ ਸਤਿਗੁਰੂ ਜੀ ਦੇ ਨਾਲ ਆਪਣੇ ਮਨ ਨੂੰ ਮਿਲਾ ਕਰਕੇ ਦੇਖ। ਹਰੀ ਅਕਾਲ ਪੁਰਖ ਪਰਮਾਤਮਾ ਤੇਰੇ ਹਿਰਦੇ ਅੰਦਰ ਵਸ ਜਾਵੇਗਾ, ਕਿਉਂਕਿ ਪਰਮਾਤਮਾ ਤੋਂ ਵਿਛੜਿਆ ਹੋਇਆਂ ਨੂੰ ਮਿਲਾਉਣ ਦੀ ਸਮਰੱਥਾ ਪੂਰੇ ਸਤਿਗੁਰੂ ਜੀ ਦੀ ਹੈ। ਵਿਛੜੇ ਹੋਏ ਨੂੰ ਗਰੀਬ ਨਵਾਜ ਸਤਿਗੁਰੂ ਜੀ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹੈ।
ਪਰਮਾਤਮਾ ਤੇਰੇ ਹਿਰਦੇ ਅੰਦਰ ਨਿਵਾਸ ਕਰ ਲਵੇਗਾ। ਹੇ ਜੀਵ, ਜੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਨਾਲ ਮਨ ਕਰਕੇ ਮਿਲਣਾ ਕਰੇ। ਰੰਗ ਰਲੀਆ ਮਾਣੋ ਮੇਰੇ ਪਿਆਰੇ। ਹੇ ਮੇਰੇ ਪਿਆਰੇ ਮਨਾ, ਤੂੰ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਨਣਾ ਕਰੇਗਾ। ਜੇ ਇੱਕ ਵਾਰ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਨਾਲ ਮਿਲ ਜਾਵੇ, ਫਿਰ ਰੰਗ ਰਲੀਆਂ ਭਾਵ ਕੇ ਹਿਰਦੇ ਦਾ ਆਨੰਦ ਪ੍ਰਾਪਤ ਕਰੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣੇਗਾ। ਹਰ ਕਿਰਪਾ ਕਰੇ। ਹਰੀ ਅਕਾਲ ਪੁਰਖ ਪਰਮਾਤਮਾ ਤੇਰੇ ਤੇ ਕਿਰਪਾ ਕਰ ਦੇਵੇਗਾ। ਕੈਸੀ ਕਿਰਪਾ? ਜਿਹੜੀ ਪਹਿਲਾਂ ਨਹੀਂ ਸੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਧਾਰਨ ਕਰਨੇ ਤੋਂ ਪਹਿਲਾਂ ਨਹੀਂ ਸੀ ਤੇਰੇ ਤੇ ਬਖਸ਼ਿਸ਼ ਹੋਈ, ਪਰਮਾਤਮਾ ਉਹ ਤੇਰੇ ਤੇ ਕਿਰਪਾ ਕਰ ਦੇਵੇਗਾ। ਇਹ ਵੀ ਸਾਧ ਸੰਗਤ ਜੀ ਬਹੁਤ ਵੱਡੀ ਇੱਕ ਬਖਸ਼ਿਸ਼ ਹੈ, ਕਿਰਪਾ ਹੈ, ਜੋ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਦੇ ਦੀਦਾਰ ਕਰਨੇ ਦਾ ਜੀਵਨ ਦੇ ਵਿੱਚ ਅਵਸਰ ਮਿਲ ਜਾਂਦਾ ਹੈ। ਫਿਰ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣਦਾ। ਇਹ ਬਹੁਤ ਵੱਡੀ ਕਿਰਪਾ ਹੋਵੇ ਤਾਂ ਇਹ ਜੀਵਨ ਦੇ ਵਿੱਚ ਦਾਤ ਮਿਲਦੀ ਹੈ। ਨਹੀਂ ਤਾਂ ਮਨੁੱਖ ਸਾਧ ਸੰਗਤ ਜੀ ਸਤਿਗੁਰੂ ਜੀ ਤੋਂ ਬੇਮੁਖ ਹੀ ਸੰਸਾਰ ਤੋਂ ਹੋਇਆ ਤੁਰ ਜਾਂਦਾ ਹੈ। ਮਨਮੁਖਤਾ ਦੇ ਵਿੱਚ ਹੀ ਆਪਣੀ ਜ਼ਿੰਦਗੀ ਅਜ਼ਾਈਂ ਬਤੀਤ ਕਰਕੇ ਸੰਸਾਰ ਤੋਂ ਚਲਿਆ ਜਾਂਦਾ ਹੈ। ਪਰ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ, ਉਹ ਪੂਰੇ ਗੁਰੂ ਵਾਲੇ ਬਣ ਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਪਾ ਲੈਂਦੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਰੰਗ ਰਲੀਆ ਮਾਣੋ ਮੇਰੇ ਪਿਆਰੇ, ਹਰ ਕਿਰਪਾ ਕਰੇ। ਜਦੋਂ ਪਰਮਾਤਮਾ ਤੇਰੇ ਤੇ ਕਿਰਪਾ ਕਰੇਗਾ, ਹੈ ਜੀਵਾ, ਤੂੰ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਦਾ ਤੈਨੂੰ ਕੜਾ ਆਨੰਦ ਮਿਲੇਗਾ। ਗੁਰੂ ਨਾਨਕ ਤੁਠਾ ਮੇਰੇ ਪਿਆਰੇ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪੂਰੇ ਸਤਿਗੁਰੂ ਜੀ ਤਰੁੱਠ ਗਏ ਹੈ। ਹੇ ਮੇਰੇ ਪਿਆਰੇ ਮਨਾ, ਮੇਲੇ ਹਰੇ। ਤਿਨਾਂ ਨੇ ਪਰਮਾਤਮਾ ਦੇ ਮੇਲ ਦੇ ਵਿੱਚ ਆਪਣੇ ਆਪ ਨੂੰ ਮਿਲਾ ਲਿਆ ਹੈ। ਮੇਲੇ ਹਰੇ। ਨਹੀਂ ਤਾਂ ਮਨੁੱਖ ਸੰਸਾਰ ਦੇ ਅੰਦਰ ਹੀ ਕਦੇ ਕਿਸੇ ਨਾਲ ਮੇਲ ਮਿਲਾਪ ਬਣਾਉਂਦਾ ਰਹਿੰਦਾ ਹੈ। ਕਦੇ ਬਹੁਤੇ ਧਨ ਵਾਲਿਆਂ ਦੇ ਨਾਲ, ਕਦੇ ਪਦਾਰਥਾਂ ਦੇ ਨਾਲ ਹੀ ਆਪਣੇ ਮਨ ਨੂੰ ਮੇਲ ਕਰਕੇ ਰੱਖਦਾ ਹੈ। ਕਦੇ ਸੰਸਾਰ ਦਾ ਆਸਰਾ ਲੈਣ ਦੇ ਵਾਸਤੇ ਸਕੇ ਸੰਬੰਧੀਆਂ ਦੇ ਨਾਲ ਹੀ ਆਪਣਾ ਮੇਲ ਮਿਲਾਪ ਬਣਾਉਂਦਾ ਰਹਿੰਦਾ ਹੈ। ਪਰ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਜਦੋਂ ਤੱਕ ਮਨੁੱਖ ਬੇਸਮਝ ਹੁੰਦਾ ਹੈ ਨਾ, ਉਦੋਂ ਤੱਕ ਸੰਸਾਰ ਆਪਣਾ ਲੱਗਦਾ ਹੈ ਤੇ ਪ੍ਰਮਾਤਮਾ ਨੂੰ ਪਰਾਇਆ ਕਹਿੰਦਾ ਹੈ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਇੱਕ ਪਰਮੇਸ਼ਰ ਹੈ ਜੋ ਵਾਸਤਵ ਦੇ ਵਿੱਚ ਜੀਵ ਦਾ ਆਪਣਾ ਹੀ ਹੈ। ਮਹਾਰਾਜ ਕਹਿੰਦੇ ਇਹ ਜੀਵ ਉਲਟਾ ਚੱਲਦਾ, ਬੇਸਮਝ ਹੋਣੇ ਕਰਕੇ, ਬੇਗਿਆਤ ਹੋਣੇ ਕਰਕੇ ਪਰਮਾਤਮਾ ਨੂੰ ਪਰਾਇਆ ਕਹੀ ਜਾਂਦਾ ਤੇ ਸੰਸਾਰ ਦੇ ਝੂਠੇ ਪਰਾਏ ਸੰਸਾਰ ਨੂੰ ਆਪਣਾ ਮੰਨੀ ਬੈਠਾ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜਦੋਂ ਪੂਰੇ ਸਤਿਗੁਰੂ ਜੀ ਜੀਵ ਤੇ ਤਰੁੱਠ ਕਰਕੇ ਬਖਸ਼ਿਸ਼ ਕਰ ਦਿੰਦੇ ਆ ਨਾ, ਫਿਰ ਸੰਸਾਰ ਨੂੰ ਪਰਾਇਆ ਅਤੇ ਪਰਮਾਤਮਾ ਨੂੰ ਆਪਣਾ ਮੰਨਦਾ ਹੈ। ਫਿਰ ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕਰਦਾ, ਮਹਾਰਾਜ ਇਹ ਅਕਾਲ ਪੁਰਖ ਵਾਹਿਗੁਰੂ ਜੀ, ਕਿਸ ਪਹਿ ਖੋਲੋ ਗੰਠੜੀ, ਸਭ ਦੇਸ ਪਰਾਇਆ। ਹੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ, ਕਿਹਦੇ ਕੋਲ ਜਾ ਕਰਕੇ ਮੈਂ ਆਪਣੇ ਦੁੱਖਾਂ ਦੀ ਪੰਡ ਖੋਲਾਂ? ਇਹ ਸੰਸਾਰ ਸਾਰਾ ਪਰਾਇਆ ਹੈ। ਜੇ ਇੱਕ ਦੇ ਕੋਲ ਜਾ ਕੇ ਖੋਲਦਾ, ਮੈਨੂੰ ਆਪਣੇ ਕਈ ਦੁੱਖਾਂ ਦੀਆਂ ਪੰਡਾਂ ਖੋਲ ਕਰਕੇ ਸੁਣਾ ਦਿੰਦਾ ਹੈ। ਦੂਜੇ ਕੋਲ ਜਾਣਾ, ਉਹਦੇ ਨਾਲੋਂ ਕਈ ਗੁਣਾ ਵੱਧ ਆਪਣੇ ਦੁੱਖੜੇ ਫੋਲ ਕਰਕੇ ਸੁਣਾਉਂਦਾ ਹੈ। ਇਹ ਸੰਸਾਰ ਮੇਰਾ ਆਪਣਾ ਹੈ ਹੀ ਨਹੀਂ ਹੈ। ਮਹਾਰਾਜ ਸੰਸਾਰ ਤਾਂ ਕੇਵਲ ਸਵਾਰਥ ਵਾਸਤੇ ਹੀ ਬਣਿਆ ਹੋਇਆ ਹੈ। ਜਦੋਂ ਸੁੱਖ ਦੇਖਦੇ ਮਹਾਰਾਜ, ਫਿਰ ਤਾਂ ਮੇਰੇ ਕੋਲ ਆ ਕਰਕੇ ਟੋਕ ਕਰਕੇ ਬੈਠਦੇ ਕਿ ਸਾਡਾ ਆਪਣਾ ਹੈ, ਇਹ ਸਾਡਾ ਹੈ। ਪਰ ਜਦੋਂ ਔਕੜ ਦਾ ਸਮਾਂ ਆਉਂਦਾ, ਫਿਰ ਸਾਰੇ ਸਾਥ ਛੱਡ ਕਰਕੇ ਭੱਜ ਜਾਂਦੇ, ਸਾਰੇ ਪਰਾਏ ਹੋ ਜਾਂਦੇ ਹੈ। ਫਿਰ ਨਹੀਂ ਮਹਾਰਾਜ ਕੋਈ ਵੀ ਨੇੜੇ ਆ ਕਰਕੇ ਬੈਠਦਾ। ਹਜੂਰ ਦਾ ਬਚਨ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੋ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਿਤ,
ਕੋ ਨ ਆਵਤ ਨੇੜੈ। ਜਦੋਂ ਬਿਪਤਾ ਬਣਦੀ ਫਿਰ ਨਹੀਂ ਕੋਈ ਨੇੜੇ ਆਉਂਦਾ, ਫਿਰ ਕਹਿੰਦਾ ਕਿ ਤੂੰ ਕੌਣ ਹੈ, ਤੂੰ ਸਾਡਾ ਕੀ ਲੱਗਦਾ, ਅਸੀਂ ਤੈਨੂੰ ਜਾਣਦੇ ਹੀ ਨਹੀਂ ਆ। ਤੇ ਜਦੋਂ ਸੁੱਖ ਹੋਣ ਨਾ ਫਿਰ ਲੰਬੀਆਂ ਲੰਬੀਆਂ ਰਿਸ਼ਤੇਦਾਰਾਂ ਐਵੇਂ ਨਿਕਲ ਜਾਂਦੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿੱਧਰੋਂ ਕਿਹੜਾ ਰਿਸ਼ਤੇਦਾਰ ਆ ਕਰਕੇ ਬਣ ਜਾਂਦਾ ਹੈ, ਕਿਹੜਾ ਧੱਕੇ ਨਾਲ ਹੀ ਆ ਕਰਕੇ ਮਿੱਤਰ ਸਖਾ ਸੰਬੰਧੀ ਬਣਨਾ ਸ਼ੁਰੂ ਹੋ ਜਾਂਦਾ ਹੈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ, ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ। ਜੇ ਅਕਾਲ ਪੁਰਖ ਵਾਹਿਗੁਰੂ ਦੀ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਵ ਤੇ ਤਰੁੱਟ ਕਰਕੇ ਬਖਸ਼ਿਸ਼ ਕਰ ਦਿੰਦੇ ਹੈ, ਤਾਂ ਹੀ ਮਹਾਰਾਜ ਕਹਿੰਦੇ ਜੀਵ ਦਾ ਹਰੀ ਪ੍ਰਮਾਤਮਾ ਦੇ ਨਾਲ ਮੇਲ ਹੁੰਦਾ ਹੈ, ਤਾਂ ਹੀ ਪਰਮੇਸ਼ਰ ਦੀ ਅਭੇਦਤਾ ਪਾਉਂਦਾ ਹੈ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ। ਹੁਣ ਹਜੂਰ ਅਗਲੀ ਪੌੜੀ ਦੇ ਵਿੱਚ ਜੀਵ ਰੂਪ ਸਖੀ ਦੁਆਰਾ ਮਹਾਰਾਜ ਬੇਨਤੀ ਕਰ ਰਹੇ ਨੇ, हे ਅਕਾਲ ਪੁਰਖ ਪਿਆਰੇ ਪਰਮਾਤਮਾ ਅਥਵਾ ਮਹਾਤਮਾ ਰੂਪ ਸਖੀ, ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ। हे ਮੇਰੇ ਪਿਆਰੇ ਸੰਤ ਜਨੋ, ਸਤਿਪੁਰਸ਼ੋ, ਬੰਦਗੀ ਕਰਨ ਵਾਲੇ ਗੁਰਮੁਖ ਜਨੋ, ਮੈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਦਾ ਰਸ ਨਹੀਂ ਅਜੇ ਤੱਕ ਚਖਣਾ ਕੀਤਾ। ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ ਰਸ ਕਿਹੋ ਜਿਹਾ ਅਜੇ ਤੱਕ ਮੈਨੂੰ ਪ੍ਰਾਪਤ ਹੀ ਨਹੀਂ ਹੋ ਸਕਿਆ, ਕਿਉਂਕਿ ਹੋਰ ਦੁਨੀਆ ਦੇ ਕਦੇ ਵਿਸ਼ੇ ਸੁੱਖਾਂ ਦਾ ਰਸ ਮਾਣ ਲਿਆ, ਕਦੇ ਵਿਕਾਰਾਂ ਦਾ ਰਸ ਮਾਣ ਲਿਆ, ਕਦੇ ਜ਼ੁਬਾਨ ਤੋਂ ਪਰਾਈ ਨਿੰਦਿਆ ਦਾ ਰਸ ਮਾਣ ਲਿਆ, ਪਰਾਈ ਨਿੰਦਿਆ ਸੁਣਨ ਦਾ ਰਸ ਵੀ ਲੈ ਲਿਆ, ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਮਿਸ਼ਠਾਨ ਪਦਾਰਥਾਂ ਦੇ ਰਸ ਵੀ ਲੈ ਲਏ, ਪਰ ਮਹਾਰਾਜ ਮੈਨੂੰ ਅਜੇ ਤੱਕ ਪਰਮੇਸ਼ਰ ਦਾ ਪ੍ਰੇਮ ਰਸ ਨਹੀਂ ਪ੍ਰਾਪਤ ਹੋ ਸਕਿਆ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ ਸਤਿਪੁਰਸ਼ੋ, ਮੈਨੂੰ ਅਜੇ ਤੱਕ ਵਾਹਿਗੁਰੂ ਦਾ ਪ੍ਰੇਮ ਰਸ ਨਹੀਂ ਪ੍ਰਾਪਤ ਹੋ ਸਕਿਆ। ਭਾਉ ਕਰੇ ਔਰ ਮਨ ਦੇ ਅੰਦਰ ਭਾਵ ਪ੍ਰੇਮ ਤਾਂ ਬੜਾ ਧਾਰਨ ਕੀਤਾ ਹੈ, ਭਾਉ ਕਰੇ, ਕਿਉਂਕਿ ਹੋਰ ਸੰਸਾਰ ਦੇ ਅੰਦਰ ਦਵੈਸ਼ ਦੇ ਵਿੱਚ ਭਾਉ ਲੱਗਣੇ ਕਰਕੇ ਤਾਂ ਹੀ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਰਸ ਨਹੀਂ ਪ੍ਰਾਪਤ ਹੋ ਸਕਿਆ। ਭਾਉ ਕਰੇ ਅਥਵਾ ਜੀਵ ਰੂਪ ਸਖੀ ਬੇਨਤੀ ਕਰਦੀ, ਮਹਾਰਾਜ ਮੈਂ ਕੀ ਕਰਾਂ। ਤੇ ਅੱਗੋਂ ਮਹਾਤਮਾ ਰੂਪ ਸਖੀ ਦੁਆਰਾ ਫਰਮਾਉਂਦੇ ਨੇ, ਭਾਉ ਕਰੇ, हे ਜੀਵ ਰੂਪ ਸਖੀ, ਜੇ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਦਾ ਰਸ ਮੰਨਣਾ ਹੈ ਨਾ, ਤਾਂ ਫਿਰ ਹਿਰਦੇ ਅੰਦਰ ਪਿਆਰ ਧਾਰਨ ਕਰ, ਪਿਆਰ ਵਿੱਚ ਭਿੱਜ ਕੇ ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਹਿਰਦੇ ਹੋ ਕੇ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰ। ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ। ਜੇ ਪਰਮੇਸ਼ਰ ਦਾ ਪ੍ਰੇਮ ਰਸ ਨਹੀਂ ਨਾ ਚਖਿਆ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ ਸਤਿਪੁਰਸ਼ੋ, ਮਹਾਤਮਾ ਰੂਪ ਸਖੀਓ, ਮੇਰੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਸੀ ਨਾ, ਉਹ ਬੁਝਣਾ ਨਹੀਂ ਕੀਤੀ। ਜਿਹੜੇ ਸੰਸਾਰ ਦੇ ਵਿਸ਼ੇ ਸੁੱਖਾਂ ਵਿੱਚ ਪਰਚਨੇ ਕਰਕੇ, ਸੰਸਾਰ ਦੇ ਸੁੱਖਾਂ ਨੂੰ ਆਨੰਦ ਨੂੰ ਮਾਣਨ ਦੇ ਕਰਕੇ ਕਦਾਚਿਤ ਵੀ ਵਾਹਿਗੁਰੂ ਦੀ ਪ੍ਰਾਪਤੀ ਦੀ ਜਿਹੜੀ ਤ੍ਰਿਸ਼ਨਾ ਲੱਗੀ ਹੋਈ ਸੀ, ਬੁਝੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਦਾ ਜਿਹੜਾ ਆਨੰਦ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਜੋ ਭੁੱਖ ਲੱਗੀ ਹੋਈ ਸੀ ਨਾ, ਉਹ ਬੁਝੀ ਨਹੀਂ ਹੈ। ਜਿਵੇਂ ਤ੍ਰਿਸ਼ਨਾ ਦੀ ਸਾਧ ਸੰਗਤ ਜੀ ਅੱਗ ਹੈ ਨਾ, ਜਦੋਂ ਤੱਕ ਅੱਗ ਲਟ ਲਟ ਕਰਦੀ ਹੋਈ ਬਲਦੀ ਹੈ ਨਾ, ਉਹ ਸੇਕਦੀ ਹੈ, ਭਾਵ ਕਿ ਜਿਹੜਾ ਵੀ ਮਨੁੱਖ ਉਹਦੇ ਕੋਲ ਜਾਂਦਾ ਉਹ ਤਪਦਾ ਹੈ, ਅੱਗ ਦੇ ਕਰਕੇ ਉਹਨੂੰ ਸੇਕ ਲੱਗਦਾ। ਤੇ ਜਿਸ ਮਨੁੱਖ ਦੇ ਅੰਦਰ ਹੀ ਅੱਗ ਬਲ ਰਹੀ ਹੋਵੇ ਸਾਧ ਸੰਗਤ ਜੀ, ਉਹਦਾ ਹਿਰਦਾ ਭਲਾ ਕਿਵੇਂ ਸ਼ਾਂਤ ਹੋ ਸਕਦਾ ਹੈ। ਜਿਸ ਮਨੁੱਖ ਦੇ ਅੰਦਰ ਹੀ ਕਦੇ ਤ੍ਰਿਸ਼ਨਾ ਦੀ, ਕਦੇ ਈਰਖਾ ਦੀ, ਕਦੇ ਵਿਕਾਰਾਂ ਦੀ ਪ੍ਰਚੰਡ ਅੱਗ ਬਲ ਰਹੀ ਹੋਵੇ, ਉਹ ਭਲਾ ਕਿਵੇਂ ਸ਼ਾਂਤ ਹੋ ਸਕਦਾ ਹੈ, ਕਿਵੇਂ ਆਤਮਿਕ ਸੁੱਖ ਪਾ ਸਕਦਾ ਹੈ, ਉਹਦਾ ਹਿਰਦਾ ਕਿਵੇਂ ਭਲਾ ਸਾਧ ਸੰਗਤ ਜੀ ਸ਼ਾਂਤ ਹੋ ਸਕਦਾ ਹੈ, ਨਾਮੁਮਕਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ ਕਿ ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ, ਸਾਡੇ ਮਨ ਦੀ ਜਿਹੜੀ ਤ੍ਰਿਸ਼ਨਾ ਸੀ ਨਾ, ਭੁੱਖ ਸੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਅਜੇ ਤੱਕ ਬੁਝਣਾ ਨਹੀਂ ਕੀਤੀ। ਨਿਤ ਆਸ ਕਰੇ ਨੇਤੀ ਮੈਂ ਆਸ ਲਗਾ ਕਰਕੇ ਬੈਠੀ ਹਾਂ, ਆਸ ਪਿਆਸੀ ਫਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀ ਅੜਾ ਬਲਿਹਾਰੀ,
ਦੇਹੋ ਦਰਸ ਪ੍ਰਭ ਮੇਰੇ। हे ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਜੀਓ, ਮਹਾਰਾਜ ਬਬੀਹੇ ਦੀ ਤਰ੍ਹਾਂ ਸਾਡਾ ਜਿਹੜਾ ਚਿੱਤ ਹੈ ਨਾ, ਪੀਊ ਪੀਊ ਕਰਕੇ ਤੁਹਾਨੂੰ ਪੁਕਾਰਦਾ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਪਿਆਸਾ ਮਨ ਵਿੱਚ ਲੈ ਕੇ ਤੁਹਾਨੂੰ ਯਾਦ ਕਰਦਾ। ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਇੱਕ ਚਿੱਤ ਹੋ ਕਰਕੇ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਪਿਆਸ ਦੇ ਨਾਲ ਪਿਆਸਿਆ ਹੋਇਆ ਸਾਡਾ ਮਨ ਰੂਪੀ ਬਬੀਹਾ ਤੁਹਾਨੂੰ ਯਾਦ ਕਰਦਾ ਰਹਿੰਦਾ। ਮਨ ਆਸ ਕਰੇ, ਮਨ ਕਰਕੇ ਤਾਂ ਆਸ ਧਾਰਨ ਕਰਕੇ ਰੱਖੀ ਹੈ, ਪਰ ਅਜੇ ਤੱਕ ਇਹ ਆਸ ਪੂਰੀ ਨਹੀਂ ਹੋਣਾ ਕੀਤੀ। ਕਿਉਂਕਿ ਸਾਧ ਸੰਗਤ ਜੀ, ਜਿਸ ਮਨੁੱਖ ਨੂੰ ਭੁੱਖ ਲੱਗੀ ਹੋਵੇ ਨਾ, ਭੋਜਨ ਦੀ ਕਦਰ ਉਹ ਹੀ ਜਾਣ ਸਕਦਾ ਹੈ। ਜਿਸ ਮਨੁੱਖ ਨੂੰ ਪਿਆਸ ਲੱਗੀ ਹੋਵੇ, ਉਹ ਪਾਣੀ ਦੀ ਇੱਕ ਇੱਕ ਬੂੰਦ ਦੀ ਕਦਰ ਉਹ ਹੀ ਜਾਣ ਸਕਦਾ ਹੈ। ਨਹੀਂ ਤਾਂ ਜਿਸ ਨੂੰ ਪਿਆਸ ਨਹੀਂ ਲੱਗੀ, ਉਹ ਕਦੇ ਪਾਣੀ ਦੀ ਕਦਰ ਜਾਣ ਹੀ ਨਹੀਂ ਸਕਦਾ। ਜਿਸ ਮਨੁੱਖ ਦੇ ਅੰਦਰ ਭੁੱਖ ਨਹੀਂ ਹੈ, ਸਾਧ ਸੰਗਤ ਜੀ, ਉਹ ਕਦੇ ਭੋਜਨ ਦੀ ਕਦਰ ਜਾਣ ਹੀ ਨਹੀਂ ਸਕਦਾ ਕਿ ਕੀ ਇਸ ਦੀ ਕੀਮਤ ਹੈ। ਆਪਨੇ ਦੇਖਿਆ ਹੋਵੇਗਾ ਨਾ, ਜਿਹੜੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਖਾਣ ਦੇ ਵਾਸਤੇ ਭੋਜਨ ਨਹੀਂ ਪ੍ਰਾਪਤ ਹੁੰਦਾ, ਜਿੱਥੇ ਜੋ ਘੜਾਂ ਦਾ ਕੂੜਾ ਕਰਕਟ ਰੂੜੀਆਂ ਤੇ ਸੁੱਟਿਆ ਜਾਂਦਾ ਹੈ, ਸਾਧ ਸੰਗਤ ਜੀ ਗਰੀਬ ਲੋਕ ਉੱਥੋਂ ਵੀ ਚੁਗ ਚੁਗ ਕਰਕੇ ਆਪਣਾ ਪੇਟ ਭਰਦੇ ਹੈ। ਉਹਨਾਂ ਨੂੰ ਭੋਜਨ ਦੀ ਕਦਰ ਦਾ ਪਤਾ ਹੈ। ਉਹਨਾਂ ਨੂੰ ਪਤਾ ਕਿ ਇਸ ਭੋਜਨ ਦੀ ਕੀਮਤ ਕੀ ਹੈ। ਢਿੱਡ ਭਰਨ ਦੇ ਵਾਸਤੇ, ਪੇਟ ਸਾਧ ਸੰਗਤ ਜੀ ਭਰਨ ਦੇ ਵਾਸਤੇ, ਭੁੱਖ ਪੂਰੀ ਕਰਨ ਦੇ ਵਾਸਤੇ ਉਹ ਕਿੰਨਾ ਕਿੰਨਾ ਯਤਨ ਕਰਦੇ ਹੈ। ਨਹੀਂ ਤਾਂ ਜਿਸ ਮਨੁੱਖ ਦੇ ਅੰਦਰ ਭੁੱਖ ਨਹੀਂ ਨਾ, ਉਹਦੇ ਅੱਗੇ ਭਾਵੇਂ 36 ਪ੍ਰਕਾਰ ਦੇ ਭੋਜਨ ਵੀ ਪਰੋਸ ਕਰਕੇ ਰੱਖ ਦਿੱਤੇ ਜਾਣ, ਉਹਨਾਂ ਨੂੰ ਵੀ ਠੁੱਡ ਮਾਰਦਾ ਕਿ ਆਹ ਵੀ ਨਹੀਂ ਮੈਨੂੰ ਸਵਾਦ ਲੱਗਦਾ, ਇਹ ਵੀ ਨਹੀਂ ਚੰਗਾ ਲੱਗਦਾ, ਹੋਰ ਕੋਈ ਮੈਨੂੰ ਪਕਵਾਨ ਬਣਾ ਕਰਕੇ ਦੇਵੋ। ਉਹ ਕਿਉਂਕਿ ਉਹਨੂੰ ਭੁੱਖ ਹੀ ਨਹੀਂ ਲੱਗੀ ਹੋਈ। ਇਸੇ ਪ੍ਰਕਾਰ ਜਿਸ ਜੀਵ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਨਹੀਂ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਦਾ ਅਹਿਸਾਸ ਨਹੀਂ ਹੈ, ਉਹ ਕਦੇ ਸਾਧ ਸੰਗਤ ਜੀ ਗੁਰਬਾਣੀ ਦੀ ਕਦਰ ਨਹੀਂ ਜਾਣ ਸਕਦਾ। ਕਿਉਂਕਿ ਗੁਰਬਾਣੀ ਜੀਵਨ ਜਾਚ ਸਿਖਾਉਂਦੀ ਹੈ ਕਿ ਕਿਸ ਢੰਗ ਦੇ ਨਾਲ, ਕਿਵੇਂ ਸੁਚੱਜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਕੇ ਜੀਵਨ ਦੀ ਸਫਲਤਾ ਬਣਾਈ ਜਾ ਸਕਦੀ ਹੈ। ਉਹ ਕਦੇ ਗੁਰਬਾਣੀ ਦੀ, ਪਰਮਾਤਮਾ ਦੇ ਸਿਮਰਨ ਦੀ, ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਦੀ ਕਦਰ ਜਾਣ ਹੀ ਨਹੀਂ ਸਕਦਾ। ਇਸ ਪ੍ਰਕਾਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਮਨ ਤ੍ਰਿਸ਼ਨਾ ਨਾ ਬੁਝੇ ਮੇਰੇ ਪਿਆਰੇ, ਨਿਤ ਆਸ ਕਰੇ। ਹੇ ਜੀਵਾ, ਨਿਤਾ ਪ੍ਰਤੀ ਸਾਡੇ ਮਨ ਦੇ ਅੰਦਰ ਆਸਾ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਮਿਲਣੇ ਦੀ, ਪਰ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਭੁੱਖ ਸੀ ਨਾ, ਉਹ ਤ੍ਰਿਸ਼ਨਾ ਅਜੇ ਤੱਕ ਬੁਝੀ ਨਹੀਂ ਹੈ। ਕਿਉਂਕਿ ਵਾਹਿਗੁਰੂ ਜੀ ਦੇ ਦੀਦਾਰ ਹੀ ਨਹੀਂ ਅਜੇ ਤੱਕ ਪ੍ਰਾਪਤ ਹੋ ਸਕੇ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਜਗਿਆਸੂ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ, ਕਿ ਜਿਸ ਹਿਰਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਭੁੱਖ ਹੁੰਦੀ ਹੈ ਨਾ, ਉਹ ਕਿਵੇਂ ਤਰਲੇ ਲੈ ਲੈ ਕਰਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਜਿਵੇਂ ਭੁੱਖਾ ਬੰਦਾ ਤਰਲੇ ਲੈਂਦਾ ਹੈ ਨਾ, ਕਿੱਦਾਂ ਬਾਰ-ਬਾਰ ਵਿਲਕੜੀਆਂ ਲੈ ਲੈ ਕਰਕੇ, ਰੋ ਰੋ ਕਰਕੇ, ਕੁਰਲਾ ਕੁਰਲਾ ਕਰਕੇ ਸਾਧ ਸੰਗਤ ਜੀ ਤੜਫਦਾ ਹੋਇਆ ਕਿਵੇਂ ਭੋਜਨ ਦੀ ਜਾਚਨਾ ਕਰਦਾ। ਇੱਦਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਦੇ ਜਿਹੜੇ ਭੁੱਖੇ ਵਾਹਿਗੁਰੂ ਦੇ ਪਿਆਰੇ ਜਾਣੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ, ਉਹ ਕੇਵਲ ਪ੍ਰਮਾਤਮਾ ਤੋਂ ਦਰਸ਼ਨਾਂ ਦੀ ਮੰਗ ਕਰਦੇ ਹੈ। ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਮੁਖ ਵਾਕ ਹੈ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਵ ਅਨ ਦਿਨ ਨੀਤ। ਅਨ ਤੇ ਦਿਨ, ਮਹਾਰਾਜ ਰਾਤ ਵੀ ਦਿਨੇ ਵੀ ਸਾਡਾ ਚਿੱਤ ਤੁਹਾਡੇ ਦਰਸ਼ਨਾਂ ਦੀ ਚਿਤਵਨੀ ਕਰਦਾ ਰਹਿੰਦਾ, ਬਾਰ-ਬਾਰ ਚਿੰਤਨ ਕਰਦਾ ਰਹਿੰਦਾ। ਸਾਡਾ ਚਿੱਤ ਮਹਾਰਾਜ ਤੁਹਾਡੇ ਦੀਦਾਰ ਦੀ ਹਰ ਸਮੇਂ ਚਾਹਤ ਕਰਦਾ ਰਹਿੰਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਵ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। हे ਮਹਾਰਾਜ, ਸਾਡੇ ਆਸਾ ਤ੍ਰਿਸ਼ਨਾ ਦੇ, ਆਸਾ ਅੰਦੇਸ਼ਿਆਂ ਦੇ ਜਿਹੜੇ ਕਪਟੇ ਬੰਦ ਕੀਤੇ ਹੈ ਨਾ ਮਹਾਰਾਜ, ਇਹਨਾਂ ਨੂੰ ਖੋਲ ਕਰਕੇ ਭਰਮਾ ਰੂਪੀ ਮਹਾਰਾਜ ਪੰਜ ਕੋਸ਼ਾਂ ਰੂਪੀ ਕਪਟਿਆਂ ਨੂੰ ਖੋਲ ਕਰਕੇ ਆਪਣੇ ਦੀਦਾਰ ਬਖਸ਼ਿਸ਼ ਕਰ ਦੇਵੋ। ਤੇ ਅਗਲਾ ਜੋ ਬਚਨ ਹੈ, ਮਹਾਰਾਜ ਜੀ ਨੇ ਇਹ ਸ਼ੰਤ ਬਾਣੀ ਵੀ ਸ਼ਬਦ ਉਚਾਰਨ ਕੀਤਾ। ਹਜੂਰ ਕਹਿੰਦੇ ਹਨ, ਸੁਣ ਯਾਰ ਹਮਾਰੇ ਸੱਜਣ,
ਇੱਕ ਕਰੋ ਬੇਨੰਤੀਆ। ਸੁਣ ਜਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ। ਯਾਰ ਕਹਿੰਦੇ ਨੇ ਦੋਸਤ ਨੂੰ, ਇਹ ਫਾਰਸੀ ਭਾਸ਼ਾ ਦਾ ਲਫ਼ਜ਼ ਹੈ। ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ ਦੇ ਸਨਮੁਖ ਹੋ ਕਰਕੇ ਬੇਨਤੀ ਕੀਤੀ ਗਈ ਹੈ, ਹੇ ਗਰੀਬ ਨਵਾਜ ਸੱਚੇ ਸੱਜਣ ਸੱਚੇ ਯਾਰ, ਹੇ ਗਰੀਬ ਨਵਾਜ ਸਤਿਗੁਰੂ ਜੀਓ ਸਾਡੀ ਬੇਨਤੀ ਨੂੰ ਸੁਣਨਾ ਕਰੋ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਅਸੀਂ ਭਾਲ ਕਰ ਰਹੇ ਹਾਂ, ਸਾਨੂੰ ਪ੍ਰਮਾਤਮਾ ਮਿਲਦਾ ਹੀ ਨਹੀਂ ਪਿਆ। ਮਹਾਰਾਜ ਕਿਰਪਾ ਕਰੋ ਸਾਨੂੰ ਵਾਹਿਗੁਰੂ ਦੇ ਦੀਦਾਰ ਸਾਨੂੰ ਪ੍ਰਾਪਤ ਹੋ ਜਾਣ, ਕਿਉਂਕਿ ਤਿਸ ਧਰੀ ਪਿਆਰੇ। ਜੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦੀਦਾਰ ਮਿਲ ਜਾਣ ਤਾਂ ਆਪਣੇ ਸੀਸ ਜਿਹੜਾ ਹੈ ਨਾ, ਕਹਿੰਦੇ ਸੀਸ ਵੱਢ ਕਰਕੇ ਤੁਹਾਡੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੇ। ਬਹੁਤਾ ਨਹੀਂ ਤਾਂ ਮਹਾਰਾਜ ਭੋਰਾ ਮਾਤਰ ਥੋੜਾ ਕੋਈ ਆਪ ਜੀ ਦਰਸ਼ਨਾਂ ਦੀ ਝਲਕ ਹੀ ਪਾ ਦੇਵੋ। ਹੇ ਗਰੀਬ ਨਵਾਜ ਜ਼ਿਆਦਾ ਸਮਾਂ ਨਹੀਂ ਤਾਂ ਥੋੜਾ ਕੋ ਤਨਕ ਮਾਤਰ ਭੋਰਾ ਕੋ ਜਿੰਨੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦੇਵੋ। ਇੱਕ ਭੋਰੀ ਦਰਸ਼ਨ ਦੀਜੈ, ਭੋਰਾ ਕੋ ਮਾਤਰ ਹੀ ਦਰਸ਼ਨ ਬਖਸ਼ਿਸ਼ ਕਰ ਦੇਵੋ। ਜੇ ਮਹਾਰਾਜ ਥੋੜਾ ਸਮਾਂ ਵੀ ਤੁਹਾਡੇ ਦੀਦਾਰ ਪ੍ਰਾਪਤ ਹੋ ਗਏ, ਹੇ ਗਰੀਬ ਨਵਾਜ ਸਾਡਾ ਲੋਕ ਪਰਲੋਕ ਸਫਲਾ ਹੋ ਜਾਵੇਗਾ, ਕਿਉਂਕਿ ਪ੍ਰਿਯ ਨੈਣ ਹਮਾਰੇ ਰੰਗ ਰੰਗਾਰੇ ਇੱਕ ਤਿਲ ਵੀ ਨਾ ਤੇਰੀ ਜੈ। ਤਿਲ ਮਾਤਰ ਸਮਾਂ ਵੀ ਸਾਡਾ ਮਨ ਧੀਰਜਤਾ ਨਹੀਂ ਕਰਦਾ। ਪ੍ਰਤੱਖ ਨੇਤਰ ਵੀ, ਮਨ ਬੁੱਧ ਰੂਪੀ ਨੇਤਰ ਵੀ ਮਹਾਰਾਜ ਤੁਹਾਡੇ ਦੀਦਾਰ ਵਾਸਤੇ ਬਾਰ-ਬਾਰ ਤਰਸਦੇ ਰਹਿੰਦੇ ਆ, ਤੱਕਦੇ ਰਹਿੰਦੇ ਹਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਨਿਤ ਆਸ ਕਰੇ। ਮਹਾਰਾਜ ਤੁਹਾਡੇ ਦਰਸ਼ਨਾਂ ਦੀ ਨਿਤਾ ਪ੍ਰਤੀ ਮਨ ਦੇ ਵਿੱਚ ਆਸਾ ਕਰਦੇ ਹਾਂ। ਨਿਤ ਜੋਵਨ ਜਾਵੇ ਮੇਰੇ ਪਿਆਰੇ। ਹੇ ਮੇਰੇ ਪਿਆਰੇ ਜਨੋ, ਨਿਤਾ ਪ੍ਰਤੀ ਜਿਹੜਾ ਜੋਬਨ ਜਵਾਨੀ ਦੀ ਅਵਸਥਾ ਹੈ ਨਾ, ਇਹ ਜਾਈ ਜਾ ਰਹੀ ਹੈ, ਜਾਈ ਜਾ ਰਹੀ ਹੈ, ਕਿਉਂਕਿ ਜ਼ਿੰਦਗੀ ਘਟਦੀ ਜਾ ਰਹੀ ਹੈ। ਜਿਵੇਂ ਜਿਵੇਂ ਸਾਧ ਸੰਗਤ ਜੀ ਸਮਾਂ ਲੰਘਦਾ ਜਾਂਦਾ ਹੈ, ਤਿਵੇਂ ਤਿਵੇਂ ਜ਼ਿੰਦਗੀ ਮਨੁੱਖ ਦੀ ਘਟਦੀ ਜਾਂਦੀ ਹੈ। ਮਿਲੀ ਹੋਈ ਪ੍ਰਾਰਬਧ ਮਨੁੱਖ ਦੀ ਘਟਦੀ ਜਾ ਰਹੀ ਹੈ। ਹਜੂਰ ਦਾ ਬਚਨ ਹੈ, ਦਿਨ ਤੇ ਪਹਿਰ ਪਹਿਰ ਤੇ ਕਰੀਆ ਆਵ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਦਿਨਾਂ ਤੋਂ ਪਹਿਰ ਪਹਿਰਾਂ ਤੋਂ ਘੜੀਆਂ, ਇਉਂ ਪਲਕ ਪਲਕ ਮਾਤਰ ਪਲ ਪਲ ਕਰਦਾ ਹੋਇਆ ਸਮਾਂ ਜਿਹੜਾ ਬੀਤਦਾ ਜਾ ਰਿਹਾ ਹੈ। ਬੀਤ ਜੈ ਹੈ ਜਨਮ ਆਕਾਜ ਰੇ। ਨਿਸ ਦਿਨ ਸੁਨ ਕੇ ਪ੍ਰਾਨ ਸਮਝਿਤ ਨਹਿਰੇ ਅਜਾਨ। ਕਾਲ ਤੋ ਪਹੁੰਚਿਓ ਆਨ ਕਹਾ ਜੈ ਹੈ ਭਜ ਰੇ। ਮਨਾ ਕਿੱਥੇ ਭੱਜ ਕੇ ਚਲਾ ਜਾਵੇਂਗਾ, ਕਾਲ ਤੇਰੇ ਨੇੜੇ ਹੀ ਆ ਰਿਹਾ ਹੈ। ਤੇਰਾ ਸਮਾਂ ਜ਼ਿੰਦਗੀ ਦਾ ਬੀਤਦਾ ਜਾ ਰਿਹਾ ਹੈ, ਲੰਘਦਾ ਜਾ ਰਿਹਾ ਹੈ। ਅਜੇ ਵੀ ਰੱਬ ਨੂੰ ਚੇਤੇ ਕਰ ਲੈ, ਤੇਰਾ ਬਚਾਅ ਹੋ ਜਾਵੇਗਾ। ਨਹੀਂ ਤਾਂ ਪਤਾ ਨਹੀਂ ਕਿਹੜੇ ਵੇਲੇ ਜਮਾਂ ਨੇ ਗਲ ਵਿੱਚ ਫਾਹੀ ਪਾ ਕੇ ਤੈਨੂੰ ਲੈ ਜਾਣਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਨਿਤ ਜੋਬਨ ਜਾਵੇ ਮੇਰੇ ਪਿਆਰੇ। ਹੇ ਮੇਰੇ ਪਿਆਰੇ ਜਨੋ ਸਤਿਪੁਰਸ਼ੋ, ਨੇਤਾ ਪ੍ਰਤੀ ਮਹਾਰਾਜ ਸਾਡਾ ਜਿਹੜਾ ਜੋਬਨ ਹੈ ਨਾ, ਭਾਵ ਜਵਾਨੀ ਦੀ ਅਵਸਥਾ, ਇਹ ਬਲ ਘਟਦਾ ਜਾ ਰਿਹਾ ਹੈ, ਇਹ ਖਿਸਰ ਹੁੰਦਾ ਜਾ ਰਿਹਾ ਹੈ। ਅਥਵਾ ਜੋਬਨ ਜਿਹੜੀ ਸ਼ੌਕ ਅਵਸਥਾ ਹੈ, ਤੁਹਾਡੀ ਪ੍ਰਾਪਤੀ ਦੀ ਜਿਹੜੀ ਮਹਾਰਾਜ ਸ਼ੌਕ ਅਵਸਥਾ, ਜਿਹੜੀ ਮਨ ਦੇ ਅੰਦਰ ਇੱਛਾ ਹੈ, ਇਹ ਵੀ ਮਹਾਰਾਜ ਘਟਦੀ ਜਾ ਰਹੀ ਹੈ। ਜਾਨੋ ਸਾਸ ਹੈ ਤੇ ਮਹਾਰਾਜ ਧਰਮਰਾਜੇ ਦੇ ਜਮ ਦੂਤ ਵੀ ਮੇਰੇ ਸਵਾਸਾਂ ਨੂੰ ਹਿਰੇ ਤੱਕ ਰਹੇ ਹੈ। ਕਦੋਂ ਇਹਦੇ ਸਵਾਸ ਪੂਰੇ ਹੋਣ, ਗਲ ਵਿੱਚ ਫਾਹਾ ਪਾ ਕੇ ਇਹਨੂੰ ਲੈ ਜਾਵਾਂ। ਮਹਾਰਾਜ ਧਰਮਰਾਜੇ ਦੇ ਜਮ ਭੇਜੇ ਹੋਏ ਦੂਤ ਵੀ ਮੇਰੇ ਵੱਲ ਨਿਗਾਹ ਭਰ ਭਰ ਕਰਕੇ ਦੇਖ ਰਹੇ ਹੈ ਕਿ ਕਦੋਂ ਇਹਦੀ ਪ੍ਰਾਰਬਧ ਪੂਰੀ ਹੋਵੇ, ਸਵਾਸ ਪੂਰੇ ਹੋ ਜਾਣ ਤੇ ਇਹਦੀ ਜਿੰਦ ਨੂੰ ਕੱਢ ਕੇ ਲੈ ਜਾਵਾਂ। ਇਸ ਕਰਕੇ ਮਹਾਰਾਜ ਹੁਣ ਆਪ ਕਿਰਪਾ ਕਰ ਦੇਵੋ। ਜੇ ਹੁਣ ਆਪ ਦੇ ਦੀਦਾਰ ਨਹੀਂ ਨਾ ਸਾਨੂੰ ਜੀਵਨ ਵਿੱਚ ਪ੍ਰਾਪਤ ਹੋਏ, ਫਿਰ ਮਹਾਰਾਜ ਪਤਾ ਨਹੀਂ ਕਦੋਂ ਜ਼ਿੰਦਗੀ ਮਿਲਣੀ ਹੈ, ਪਤਾ ਨਹੀਂ ਕਦੋਂ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਵੇਗੀ। ਭਾਗਮਣ ਸੁਹਾਗਣ ਮੇਰੇ ਪਿਆਰੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਕਹਿੰਦੇ ਹਨ ਜਿਨ੍ਹਾਂ ਦੇ ਭਾਗ ਮਣੀਆਂ ਦੀ ਤਰ੍ਹਾਂ, ਜਿਨ੍ਹਾਂ ਦੇ ਸ਼੍ਰੋਮਣੀ ਭਾਗ ਹੁੰਦੇ ਆ ਨਾ, ਪੂਰਬਲੇ ਕਰਮਾਂ ਦੇ, ਜਿਨ੍ਹਾਂ ਦੇ ਨਿਸ਼ਕਾਮ ਕਰਮਾਂ ਦੇ ਭਾਗ ਜਾਗ ਪੈਂਦੇ ਹੈ। ਸੁਹਾਗਣੀ
ਕਹਿੰਦੇ ਨੇ ਉਹ ਜੀਵ ਰੂਪ ਸਖੀ ਸੁਹਾਗਵਤੀ ਬਣ ਜਾਂਦੀ ਹੈ। ਤੇ ਸੁਹਾਗਣ ਉਹੋ ਹੀ ਬਣ ਸਕਦੀ ਹੈ ਨਾ ਜਿਸ ਨੂੰ ਪਤੀ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਪਤੀ ਦੀ ਪ੍ਰਾਪਤੀ ਤੋਂ ਬਿਨਾਂ ਕਦੇ ਸੁਹਾਗਵਤੀ ਸੁਹਾਗਣ ਨਹੀਂ ਔਰਤ ਆਪਣੇ ਆਪ ਨੂੰ ਅਖਵਾ ਸਕਦੀ। ਇਹ ਸੰਸਾਰ ਦੀ ਰੀਤੀ ਮਰਜ਼ਾਦਾ ਹੈ। ਇਸੇ ਪ੍ਰਕਾਰ ਹਜੂਰ ਕਹਿੰਦੀ ਜਿਸ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਉਹ ਮਹਾਰਾਜ ਕਹਿੰਦੀ ਸੁਹਾਗਣ ਬਣਨੇ ਦੇ ਯੋਗ ਹੋ ਜਾਂਦੀ ਹੈ। ਉਹ ਫਿਰ ਸੁਹਾਗਵਤੀ ਬਣ ਜਾਂਦੀ ਹੈ ਜਿਸ ਨੂੰ ਪਤੀ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ। ਤੇ ਹਜੂਰ ਨੇ ਉਚਾਰਨ ਕੀਤਾ ਭਾਗਮਣੀ। ਕਿਹਨਾਂ ਨੇ ਸੁਹਾਗਣ ਬਣਨਾ ਕੀਤਾ? ਉਹਨਾਂ ਮਹਾਤਮਾ ਗੁਰਮੁਖਾਂ ਭਗਤਾਂ ਰੂਪ ਸਖੀਆਂ ਨੇ, ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪੂਰਬਲੇ ਕਰਮਾਂ ਦੇ ਜਿਹੜੇ ਭਾਗ ਜਾਗ ਪਏ ਹਨ। ਨਾਨਕ ਹਰ ਉਰ ਧਾਰੇ। ਹਜੂਰ ਕਹਿੰਦੇ ਤਿੰਨਾਂ ਨੇ ਆਪਣੇ ਔਰ ਹਿਰਦੇ ਅੰਦਰ ਹਰੀ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਨੂੰ ਧਾਰਨ ਕਰਕੇ ਰੱਖਿਆ। ਤਿੰਨਾਂ ਨੇ ਮਹਾਰਾਜ ਕਹਿੰਦੇ ਹਿਰਦੇ ਦਾ ਪਿਆਰ ਦੇਖ ਕੇ ਪਰਮਾਤਮਾ ਨੇ ਪ੍ਰਸੰਨ ਹੋ ਕਰਕੇ ਆਪਣੀ ਅਭੇਦਤਾ ਦਿੱਤੀ ਹੈ। ਨਹੀਂ ਤਾਂ ਹੋਰ ਹੀ ਸੰਸਾਰ ਦੀਆਂ ਯਾਦਾਂ ਕਦੇ ਧਨ ਨੂੰ ਕਦੇ ਪਦਾਰਥਾਂ ਨੂੰ ਆਪਣੇ ਹਿਰਦੇ ਅੰਦਰ ਯਾਦ ਕਰਦਾ ਰਹਿੰਦਾ। ਇਹ ਜੀਵ ਸੰਸਾਰ ਦਾ ਹੀ ਹਰ ਸਮੇਂ ਸਿਮਰਨ ਕਰਦਾ ਰਹਿੰਦਾ। ਪਰਮਾਤਮਾ ਨੂੰ ਸਿਮਰਦਾ ਨਹੀਂ ਜੋ ਸਿਮਰਨੇ ਯੋਗ ਹੈ। ਜੋ ਯਾਦ ਕਰਨੇ ਯੋਗ ਉਸ ਰੱਬ ਨੂੰ ਕਦੇ ਯਾਦ ਨਹੀਂ ਕਰਦਾ। ਤਾਂ ਹੀ ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਬਾਰ-ਬਾਰ ਠੋਕਰਾਂ ਖਾਂਦਾ ਰਹਿੰਦਾ ਹੈ, ਪਰ ਜਿਨ੍ਹਾਂ ਦੇ ਭਾਗ ਜਾਗ ਪੈਂਦੇ ਹੈ ਉਹ ਹਿਰਦੇ ਅੰਦਰ ਪਰਮੇਸ਼ਰ ਨੂੰ ਯਾਦ ਕਰਦੇ ਹੈ, ਪਰਮਾਤਮਾ ਦੇ ਸਰੂਪ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹਨ। ਫਿਰ ਰਤੇ ਅੜੇ ਮੈਟੇ ਲੋਇਣ ਮੇਰੇ ਪਿਆਰੇ। ਹੇ ਮੇਰੇ ਪਿਆਰੇ ਜਨੋ, ਫਿਰ ਰਤੇ ਅੜੇ ਮੈਡੇ ਲੋਇਣ। ਸਾਧ ਸੰਗਤ ਜੀ, ਲੋਇਣ ਨਾਮ ਨੇਤਰਾਂ ਦਾ ਹੈ, ਅੱਖਾਂ ਦਾ ਹੈ। ਪ੍ਰਤੱਖ ਵੀ ਜੀਵ ਰੂਪ ਸਖੀ ਦੁਆਰਾ ਉਚਾਰਨ ਕਰਦੇ ਹੈ। ਫਿਰ ਨਾਮ ਪਤੀ ਦਾ, ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਕਰਨ ਦੇ ਵਾਸਤੇ ਸਾਡੇ ਜਿਹੜੇ ਨੇਤਰ ਹੈ ਨਾ ਇਹ ਰੱਤੇ ਪਏ ਆ, ਭਾਵ ਇੱਕ ਟਕ ਨਿਗਾਹ ਲਗਾ ਕਰਕੇ ਤੱਕ ਰਹੇ ਹੈ। ਅਥਵਾ ਸਾਡੇ ਮਨ ਬੁੱਧ ਰੂਪੀ ਨੇਤਰ ਵੀ ਵਿਚਾਰ ਰੂਪੀ ਨਿਗਾਹ ਦੇ ਨਾਲ ਤੱਕ ਰਹੇ ਹੈ। ਕਦੋਂ ਪਿਆਰੇ ਪਤੀ ਪਰਮੇਸ਼ਰ ਦੇ ਦੀਦਾਰ ਹੋਣ, ਕਦੋਂ ਸਾਨੂੰ ਪਿਆਰਾ ਅਕਾਲ ਪੁਰਖ ਵਾਹਿਗੁਰੂ ਦੀਦਾਰ ਬਖਸ਼ੇਗਾ। ਤੇ ਹਜੂਰ ਪੁੱਛਦੇ ਹਨ ਕਿਵੇਂ ਕਹਿੰਦੇ ਕਿ ਤੇਰੇ ਨੇਤਰ ਜਿਹੜੇ ਇੱਕ ਟਕ ਨਿਗਾਹ ਲਗਾ ਕਰਕੇ ਤੱਕ ਰਹੇ ਹੈ, ਕਿਵੇਂ ਨੇਤਰਾਂ ਵਿੱਚ ਪਿਆਸ ਹੈ ਦਰਸ਼ਨਾਂ ਦੀ। ਤੇ ਅੱਗੋਂ ਜੀਵ ਰੂਪ ਸਖੀ ਬੇਨਤੀ ਕਰਦੀ, ਮਹਾਰਾਜ ਚਾਤਰਿਕ ਬੂੰਦ ਜਿਵੈ, ਜਿਵੇਂ ਚਾਤਰਿਕ ਬਬੀਹੇ ਦੇ ਮਨ ਦੇ ਅੰਦਰ ਪਿਆਸ ਹੈ ਨਾ ਸਵੰਤੀ ਬੂੰਦ ਦੀ, ਤਿਵੇਂ ਮਹਾਰਾਜ ਸਾਡੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸਾ ਹੈ। ਮਹਾਰਾਜ ਬਾਰ-ਬਾਰ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਸਰੂਪ ਨੂੰ ਤੱਕਦੇ ਰਹਿੰਦੇ ਹੈ, ਤੁਹਾਨੂੰ ਹੀ ਮਹਾਰਾਜ ਹਰ ਸਮੇਂ ਯਾਦ ਕਰਦੇ ਹਨ। ਹੇ ਪ੍ਰਮਾਤਮਾ, ਕਦੋਂ ਆਪ ਦੇ ਸਾਨੂੰ ਦੀਦਾਰ ਪ੍ਰਾਪਤ ਹੋਣਗੇ। ਮਨ ਸੀਤਲ ਹੋਆ ਮੇਰੇ ਪਿਆਰੇ। ਹੇ ਮੇਰੇ ਪਿਆਰੇ ਜਨੋ, ਮਨ ਸੀਤਲ ਹੋ ਜਾਣਾ ਕੀਤਾ। ਸਾਡਾ ਮਨ ਜਿਹੜਾ ਹੈ ਸੀਤਲ ਹੋ ਗਿਆ ਹੈ। ਹਰ ਬੂੰਦ ਪੀਵੇ। ਜਦੋਂ ਹਰੀ ਪ੍ਰਮਾਤਮਾ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਨੂੰ ਪੀ ਲਿਆ, ਜਿਵੇਂ ਬਬੀਹਾ ਪੀਊ ਪੀਊ ਕਰਕੇ ਪੁਕਾਰੀ ਜਾਂਦਾ। ਜਿੰਨੇ ਮਰਜੀ ਮੀਂਹ ਦੀ ਵਰਖਾ ਦੀ ਝੜੀ ਲੱਗੀ ਹੋਵੇ, ਲਗਾਤਾਰ ਮੀਂਹ ਪਈ ਜਾਵੇ, ਪਰ ਜਦੋਂ ਤੱਕ ਸਵਾਂਤੀ ਬੂੰਦ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਬਬੀਹਾ ਚੁੱਪ ਨਹੀਂ ਕਰਦਾ। ਉਹ ਬਾਰ-ਬਾਰ ਪੁਕਾਰਾਂ ਕਰਦਾ, ਆਕਾਸ਼ ਦੇ ਵਿੱਚ ਮੂੰਹ ਅੱਡ ਕਰਕੇ ਬਾਰ-ਬਾਰ ਪੁਕਾਰੀ ਜਾਂਦਾ ਸਵਾਂਤੀ ਬੂੰਦ ਨੂੰ ਪਾਉਣ ਦੇ ਲਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬਬੀਹੀ ਦੀ ਤਰ੍ਹਾਂ ਜੋ ਵਾਹਿਗੁਰੂ ਦਾ ਪਿਆਰਾ ਜਗਿਆਸੂ ਜਨ ਹੁੰਦਾ ਉਹ ਪਰਮਾਤਮਾ ਦੀ ਦਰਸ਼ਨਾਂ ਦੀ ਸਵਾਂਤੀ ਬੂੰਦ ਨੂੰ ਬਾਰ-ਬਾਰ ਪੁਕਾਰਦਾ ਰਹਿੰਦਾ। ਭਾਵੇਂ ਜਿੰਨੇ ਮਰਜ਼ੀ ਸੰਸਾਰ ਦੀ ਸੁੱਖਾਂ ਰੂਪੀ ਝੜੀ ਲੱਗ ਜਾਵੇ, ਸੰਸਾਰ ਦੇ ਸਾਰੇ ਸੁੱਖ ਭਾਵੇਂ ਪ੍ਰਾਪਤ ਹੋ ਜਾਣ, ਪਰ ਵਾਹਿਗੁਰੂ ਦੇ ਪਿਆਰਿਆਂ ਨੂੰ ਬਿਨ ਹਰ ਅਵਰ ਨਾ ਭਾਇਆ ਰਾਮ, ਕੁਝ ਵੀ ਮਨ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ ਜੀ, ਵਰਖਾ ਦਾ ਪਾਣੀ, ਸਮੁੰਦਰਾਂ ਦਾ, ਨਦੀਆਂ ਦਾ, ਨਾਲਿਆਂ ਦਾ, ਟੋਭਿਆਂ ਦਾ ਪਾਣੀ ਕਿੰਨਾ ਹੁੰਦਾ, ਪਰ ਪਬੀਹੇ ਵਾਸਤੇ ਉਹ ਕੁਝ ਵੀ ਨਹੀਂ ਹੈ। ਉਹਦੀ ਪਿਆਸ ਥੋੜਾ ਬੁਝਾ ਸਕਦਾ। ਉਹਦੇ ਸਾਧ ਸੰਗਤ ਜੀ ਗਲੇ ਦੇ ਵਿੱਚ ਇੱਕ ਛੇਕ ਹੁੰਦਾ ਤੇ ਜਿੰਨਾ ਵੀ ਪਾਣੀ ਉਹ ਪੀਂਦਾ ਹੈ ਨਾ ਉਹ ਛੇਕ ਦੇ ਰਾਹੀਂ ਬਾਹਰ ਨਿਕਲ ਜਾਂਦਾ। ਬਬੀਹੇ ਦੀ ਪਿਆਸ ਨਹੀਂ ਬੁਝਦੀ।
ਤੇ ਜਦੋਂ ਸਵਾਂਤੀ ਬੂੰਦ ਆ ਕਰਕੇ ਮੁਖ ਦੇ ਵਿੱਚ ਪੈਂਦੀ ਹੈ, ਉਹ ਜਾ ਕਰਕੇ ਅੰਦਰ ਟਿਕਦੀ, ਤਾਂ ਫਿਰ ਉਹ ਬਬੀਹਾ ਸ਼ਾਂਤ ਹੁੰਦਾ, ਉਹਦੀ ਪਿਆਸ ਬੁਝਦੀ ਹੈ। ਇਸੇ ਪ੍ਰਕਾਰ ਹਜੂਰ ਕਹਿੰਦੇ ਹਨ ਕਿ ਜੀਵ ਰੂਪ ਜਿਹੜਾ ਬਬੀਹਾ ਹੈ, ਇਹਦੇ ਗਲੇ ਦੇ ਵਿੱਚ ਵੀ ਸਾਧ ਸੰਗਤ ਜੀ ਛੇਕ ਪਿਆ ਹੋਇਆ ਹੈ। ਇਹ ਸੰਸਾਰ ਦੀ ਭੁੱਖ ਦਾ, ਜਦੋਂ ਤੱਕ ਸੰਸਾਰ ਦੀ ਸੁੱਖਾਂ ਰੂਪੀ ਇਹ ਪਦਾਰਥਾਂ ਨੂੰ, ਪਾਣੀ ਨੂੰ ਭਾਵੇਂ ਬਾਰ-ਬਾਰ ਪੀ ਜਾਂਦਾ ਹੈ, ਪਰ ਪਿਆਸ ਥੋੜਾ ਬੁਝਦੀ ਹੈ, ਪਿਆਸ ਬੁਝਦੀ ਨਹੀਂ ਹੈ। ਤੇ ਜੇ ਪ੍ਰਮਾਤਮਾ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਮਿਲ ਜਾਵੇ, ਤਾਂ ਫਿਰ ਸੰਸਾਰ ਦੀਆਂ ਸਭ ਭੁੱਖਾਂ, ਸਭ ਆਸਾਂ ਤ੍ਰਿਸ਼ਨਾਵਾਂ ਦੂਰ ਹੋ ਜਾਂਦੀਆਂ, ਹਿਰਦਾ ਤ੍ਰਿਪਤ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਜਿਵੇਂ। ਮਹਾਰਾਜ, ਜਿਵੇਂ ਤੁਹਾਡੇ ਦਰਸ਼ਨਾਂ ਦੀ ਸਵਾਂਤੀ ਬੂੰਦ ਮਿਲਣੇ ਕਰਕੇ ਸਾਡਾ ਮਨ ਸੀਤਲ ਹੋ ਗਿਆ ਹੈ। ਬਿਰਹੋ ਕਹਿੰਦੇ ਵਿਛੋੜੇ ਨੂੰ। ਪਰਮਾਤਮਾ ਤੁਹਾਡੇ ਵਿਛੋੜੇ ਦੇ ਅਹਿਸਾਸ ਕਰਕੇ, ਵਿਛੋੜੇ ਦੇ ਦੁੱਖ ਕਰਕੇ ਮਹਾਰਾਜ ਸਾਡਾ ਜਿਹੜਾ ਮਨ ਹਰ ਸਮੇਂ ਜਾਗਦਾ ਰਹਿੰਦਾ ਹੈ। ਮਨ ਕਦੇ ਵੀ ਮਹਾਰਾਜ ਸ਼ਾਂਤ ਨਹੀਂ ਹੁੰਦਾ, ਤੜਫਦਾ ਰਹਿੰਦਾ ਹੈ। ਜਿਵੇਂ ਜਿਸ ਮਨੁੱਖ ਨੂੰ ਸਾਧ ਸੰਗਤ ਜੀ ਨੀਂਦ ਨਾ ਆਉਂਦੀ ਹੋਵੇ, ਉਹਨੂੰ ਚੈਨ ਨਹੀਂ ਆਉਂਦਾ, ਨੀਂਦਰ ਨਾ ਆਉਂਦੀ ਹੋਵੇ। ਕਈ ਵਾਰ ਇਹ ਰੋਗ ਹੀ ਇੱਦਾਂ ਦੇ ਸਰੀਰਾਂ ਨੂੰ ਲੱਗ ਜਾਂਦੇ ਹੈ, ਤੇ ਡਾਕਟਰ ਕੋਲ ਜਾ ਕੇ ਦਵਾਈ, ਕੋਈ ਨਾ ਕੋਈ ਸਾਧ ਸੰਗਤ ਜੀ ਦਵਾਈ ਲੈ ਕੇ ਤੇ ਉਹ ਖਾ ਕੇ ਤਾਂ ਆਰਾਮ ਹੁੰਦਾ, ਤਾਂ ਨੀਂਦ ਆਉਂਦੀ ਹੈ। ਕਈਆਂ ਨੂੰ ਰੋਗ ਹੀ ਇੱਦਾਂ ਦੇ ਲੱਗੇ ਹੁੰਦੇ ਹੈ। ਤੇ ਮਹਾਰਾਜ ਹਜੂਰ ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਹੈ, ਪਰਮੇਸ਼ਰ ਦੇ ਵਿਛੋੜੇ ਦਾ ਦੁੱਖ ਹੈ, ਉਹਨਾਂ ਨੂੰ ਕਦੇ ਸ਼ਾਂਤੀ ਰੂਪ ਨੀਂਦ ਨਹੀਂ ਆਉਣਾ ਕਰਦੀ, ਕਦੇ ਉਹਨਾਂ ਨੂੰ ਇਕਾਗਰਤਾ ਰੂਪ ਨੀਂਦ ਨਹੀਂ ਆਉਣਾ ਕਰਦੀ, ਕਦੇ ਸਮਾਧੀ ਲੱਗਣ ਰੂਪ ਨੀਂਦ ਨਹੀਂ ਉਹਨਾਂ ਨੂੰ ਪ੍ਰਾਪਤ ਹੁੰਦੀ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਪੈਦਾ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਕਹਿੰਦੇ, ਤਨ ਬਿਰਹੋ ਜਗਾਵੈ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ, ਸਤਿਪੁਰਸ਼ੋ, ਸਾਡੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਬਿਰਹਾ ਲੱਗਾ ਹੋਇਆ ਹੈ, ਇਹ ਹਰ ਸਮੇਂ ਮਨ ਨੂੰ ਜਗਾ ਕਰਕੇ ਰੱਖਦਾ ਹੈ, ਮਨ ਨੂੰ ਕਦੇ ਵੀ ਸ਼ਾਂਤ ਨਹੀਂ ਹੋਣ ਦਿੰਦਾ। ਕਿਉਂਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ, ਜਾਂ ਫਿਰ ਮਨ ਦਾ ਸ਼ਾਂਤੀ ਰੂਪ ਜਿਹੜੀ ਨੀਂਦ ਹੈ, ਉਹਨੂੰ ਪਾਉਣ ਤੋਂ ਬਿਨਾਂ ਭਲਾ ਕਿਵੇਂ ਇਹ ਸੌਂ ਸਕਦਾ ਹੈ? ਸਮਾਧੀ ਰੂਪ ਨੀਂਦਰਾ ਵਿੱਚ ਭਲਾ ਕਿਵੇਂ ਆ ਸਕਦਾ ਹੈ? ਨੀਂਦ ਨਾ ਪਾਵੇ ਕਿਵੇਂ? ਕਿਸੇ ਵੀ ਤਰ੍ਹਾਂ ਕੋਈ ਵੀ ਯਤਨ ਕਰਨ ਦੇ ਬਾਵਜੂਦ ਵੀ ਸ਼ਾਂਤੀ ਰੂਪ ਨੀਂਦ ਨਹੀਂ ਪ੍ਰਾਪਤ ਹੋ ਰਹੀ। ਹਰ ਸੱਜਣ ਲੱਗਾ ਮੇਰੇ ਪਿਆਰੇ। ਜਦੋਂ ਹਰੀ ਅਕਾਲ ਪੁਰਖ ਪਰਮਾਤਮਾ ਸੱਚਾ ਸੱਜਣ ਹਿਰਦੇ ਰੂਪ ਘਰ ਦੇ ਵਿੱਚੋਂ ਲੱਭਾ ਹੈ ਮੇਰੇ ਪਿਆਰੇ ਜਨੋ, ਨਾਨਕ ਗੁਰੂ ਲਿਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਚਰਨਾਂ ਦੇ ਨਾਲ ਫਿਰ ਜੀਵ ਦੀ ਲਿਵ ਜੁੜ ਗਈ ਹੈ, ਅਥਵਾ ਸਤਿਗੁਰੂ ਜੀ ਦੇ ਬਖਸ਼ੇ ਹੋਏ ਸ਼ਬਦ ਦੇ ਨਾਲ ਲਿਵ ਜੁੜਨ ਦੇ ਨਾਲ, ਚਿਤ ਬਿਰਤੀ ਦਾ ਟਿਕਾਉ ਬਣਨੇ ਦੇ ਨਾਲ ਹੀ ਮਹਾਰਾਜ ਕਹਿੰਦੇ ਹਰੀ ਪਰਮਾਤਮਾ ਸਰੂਪ ਜਿਹੜਾ ਹੈ ਸੱਜਣ ਲੱਭਾ ਹੈ। ਜੇ ਸਤਿਗੁਰੂ ਜੀ ਦੀ ਸ਼ਬਦ ਦੇ ਨਾਲ ਚਿਤ ਬਿਰਤੀ ਨੂੰ ਜੋੜਿਆ, ਇਹੋ ਸਾਧ ਸੰਗਤ ਜੀ ਵਾਹਿਗੁਰੂ ਦੀ ਪ੍ਰਾਪਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜੂਰ ਦੇ ਬਚਨ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਵਾ ਸਮਾਓ। ਜਿਹੜਾ ਸ਼ਬਦ ਦੇ ਨਾਲ ਚਿਤ ਜੁੜਨਾ, ਇਹੋ ਕਹਿੰਦੇ ਪ੍ਰਮਾਤਮਾ ਦੀ ਅਭੇਦਤਾ ਹੈ, ਇਹੋ ਅਸਲ ਪਰਮਾਤਮਾ ਦਾ ਮਿਲਾਪ ਹੈ, ਪਰਮੇਸ਼ਰ ਦੀ ਪ੍ਰਾਪਤੀ ਹੈ। ਜੋ ਚਿਤ ਬਿਰਤੀ ਨੂੰ ਸ਼ਬਦ ਦੇ ਨਾਲ ਜੋੜ ਲੈਣਾ, ਤੇ ਹਜੂਰ ਕਹਿੰਦੇ ਗੁਰੂ ਚਰਨਾਂ ਦੇ ਨਾਲ ਲੇਵ ਚਿਤ ਬਿਰਤੀ ਜੁੜਨ ਦੇ ਕਰਕੇ ਅਕਾਲ ਪੁਰਖ ਵਾਹਿਗੁਰੂ ਸਰੂਪ ਜੋ ਸੱਚਾ ਸੱਜਣ ਹੈ ਉਹ ਲੱਭਾ ਹੈ। ਜੜ ਚੇਤ ਬਸੰਤ ਮੇਰੇ ਪਿਆਰੇ। ਸਾਧ ਸੰਗਤ ਜੀ, ਜਿਵੇਂ ਚੇਤਰ ਦਾ ਮਹੀਨਾ ਜੋ ਬਸੰਤ ਦੀ ਰੁੱਤ ਆਉਣਾ ਕਰਦੀ ਹੈ, ਚੜ ਚੇਤ ਬਸੰਤ ਮੇਰੇ ਪਿਆਰੇ, ਬਸੰਤ ਦੀ ਰੁੱਤ ਜਿਵੇਂ ਚੇਤਰ ਦੇ ਮਹੀਨੇ ਆਉਣਾ ਕਰਦੀ ਹੈ ਪਿਆਰੇ ਜਨੋ। ਭਲੀ ਰੁੱਤੇ। ਫਿਰ ਸਾਧ ਸੰਗਤ ਜੀ ਬੜੀ ਭਲੀ ਚੰਗੀ ਰੁੱਤ ਮੰਨੀ ਜਾਂਦੀ ਹੈ, ਜਿਹੜੀ ਬਸੰਤ ਦੀ ਰੁੱਤ ਆਉਣਾ ਕਰਦੀ ਹੈ ਚੇਤਰ ਦੇ ਮਹੀਨੇ। ਔਰ ਇਸੇ ਪ੍ਰਕਾਰ ਅੰਤਰੀ ਭਾਵ ਵਿੱਚ ਮਹਾਰਾਜ ਕਹਿੰਦੇ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ।
ਕਹਿੰਦੇ ਹਨ ਕਿ ਮਨੁੱਖਾ ਸਰੀਰ ਰੂਪੀ ਚੇਤਰ ਦਾ ਮਹੀਨਾ ਚੜ੍ਹਿਆ, ਜੋ ਇਹ ਜੀਵਨ ਨੂੰ ਪ੍ਰਾਪਤ ਹੋਇਆ ਹੈ। ਮਨੁੱਖਾ ਜੀਵਨ ਪ੍ਰਾਪਤ ਹੋਇਆ ਚੇਤਰ ਦੇ ਮਹੀਨੇ ਦੀ ਤਰ੍ਹਾਂ ਹੈ। ਔਰ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਮਨ ਦੇ ਅੰਦਰ ਸ਼ੌਕ ਅਵਸਥਾ ਜਾਗੀ ਹੈ, ਇਹ ਬਸੰਤ ਰੁੱਤ ਦੀ ਤਰ੍ਹਾਂ ਹੈ। ਬਸੰਤ ਰੁੱਤ ਜਿਵੇਂ ਆਉਂਦੀ ਹੈ ਨਾ ਸਾਧ ਸੰਗਤ ਜੀ, ਪਹਿਲਾਂ ਪੱਤ ਝਾੜ ਆਉਂਦੀ ਹੈ ਤੇ ਸਾਰੇ ਪੱਤੇ ਝੜ ਜਾਂਦੇ ਨੇ ਰੁੱਖਾਂ ਦੇ। ਫਿਰ ਹਰਿਆਵਲਤਾ, ਸਾਰੇ ਪਾਸੇ ਹਰਾ ਭਰਾ ਹਰਿਆਵਲਤਾ ਹੀ ਬਨਸਪਤ ਜਿਹੜੀ ਮੌਲੀ ਹੋਈ ਨਜ਼ਰ ਆਉਂਦੀ ਹੈ। ਮੌਲੀ ਧਰਤੀ, ਮੌਲਿਆ ਆਕਾਸ਼। ਸਾਧ ਸੰਗਤ ਜੀ, ਇਸੇ ਤਰ੍ਹਾਂ ਸਰੀਰ ਰੂਪੀ ਜਿਹੜਾ ਰੁੱਖ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ੁਭ ਗੁਣਾ ਰੂਪੀ ਪੰਖੜੀਆਂ, ਇਹ ਜਿਹੜੇ ਸ਼ੁਭ ਗੁਣਾ ਰੂਪੀ ਭਾਵ ਕੇ ਪੱਤੇ ਜਦੋਂ ਹਿਰਦਾ ਰੂਪੀ ਜਿਹੜਾ ਰੁੱਖ ਹੈ ਨਾ, ਫਿਰ ਹਰਾ ਭਰਾ ਹੋ ਜਾਂਦਾ ਹੈ। ਸ਼ੁਭ ਗੁਣਾ ਰੂਪੀ ਜਦੋਂ ਪੱਤੇ ਆਉਣੇ ਸ਼ੁਰੂ ਹੋ ਜਾਂਦੇ ਹੈ, ਔਗੁਣਾ ਰੂਪੀ ਵਿਕਾਰਾਂ ਦੇ ਜਿਹੜੇ ਪੱਤੇ ਆ ਨਾ, ਉਹ ਝੜ ਜਾਂਦੇ ਹੈ। ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਭਲੀ ਰੁੱਤੇ, ਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੀ ਮਨ ਦੇ ਅੰਦਰ ਸਾਧ ਸੰਗਤ ਜੀ ਬਸੰਤ ਰੁੱਤ ਸ਼ੌਕ ਅਵਸਥਾ ਪੈਦਾ ਹੋਈ, ਸਭ ਤੋਂ ਚੰਗੀ ਰੁੱਤ ਹੈ। ਪਰਮੇਸ਼ਰ ਦੀ ਪ੍ਰਾਪਤੀ ਦੀ ਜਿਹੜੇ ਮਨ ਦੇ ਅੰਦਰ ਆਸ ਲੱਗਣੀ ਹੈ, ਇਹ ਜਾਣਨਾ ਕਰੋ ਕਿ ਮਨੁੱਖਾ ਜੀਵਨ ਰੂਪੀ ਚੇਤਰ ਦੇ ਮਹੀਨੇ ਵਿੱਚ ਇਹ ਭਲੀ ਰੁੱਤ ਜਾਗਣਾ ਕੀਤੀ ਹੈ। ਫਿਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਵਾਝੜੇ ਹੋ ਭਾਵ ਵਾਂਝੇ ਰਹਿਣੇ ਕਰਕੇ, ਹੇ ਮੇਰੇ ਪਿਆਰੇ ਜਨੋ, ਆਂਗਣ ਨਾਮ ਵਿਹੜੇ ਦਾ ਹੈ। ਜਿਵੇਂ ਪ੍ਰਤੱਖ ਵੀ ਸੰਸਾਰ ਦੇ ਅੰਦਰ ਜੇ ਪਤੀ ਦੀ ਪ੍ਰਾਪਤੀ ਨਾ ਹੋਵੇ, ਸਾਧ ਸੰਗਤ ਜੀ, ਔਰਤ ਨੇ ਤਨ ਤੇ ਭਾਵੇਂ ਬਹੁਤ ਸ਼ਿੰਗਾਰ ਧਾਰਨ ਕੀਤੇ ਹੋਣ, ਪਰ ਜਿਹੜਾ ਮਨ ਹੈ ਨਾ, ਉਹ ਕਦੇ ਸਾਧ ਸੰਗਤ ਜੀ ਪ੍ਰਸੰਨ ਨਹੀਂ ਹੁੰਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਅੰਤਰੀ ਭਾਵ ਦੇ ਵਿੱਚ ਬਖਸ਼ਿਸ਼ ਕਰਦੇ ਆ। ਹਜੂਰ ਕਹਿੰਦੇ ਘਰ ਜਿਹੜਾ ਵੀ ਸੁੰਨਾ ਸੁੰਨਾ ਹੀ ਜਾਪਦਾ, ਧੂੜ ਉੱਡਦੀ ਰਹਿੰਦੀ ਉਸ ਘਰ ਦੇ ਅੰਦਰ, ਕੋਈ ਪ੍ਰਸੰਨਤਾ, ਕੋਈ ਖੁਸ਼ੀ ਨਹੀਂ ਮਨ ਦੇ ਵਿੱਚ ਹੋਣਾ ਕਰਦੀ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਫਿਰ ਬਾਝੜਿਆ ਹੋ ਮੇਰੇ ਪਿਆਰੇ ਆਂਗਣ ਧੂੜ ਲੁੱਤੇ। ਹੇ ਮੇਰੇ ਪਿਆਰੇ ਜਨੋ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼ੋ, ਪਰਮੇਸ਼ਰ ਪਤੀ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਹਿਰਦੇ ਰੂਪ ਆਂਗਣ ਵਿਹੜੇ ਦੇ ਵਿੱਚ ਵਿਕਾਰਾਂ, ਔਗਣਾ, ਪਾਪ ਕਰਮਾਂ ਦੀ ਧੂੜ ਉੱਡਦੀ ਪਈ ਹੈ। ਕਦੇ ਕੋਈ ਵਿਕਾਰ ਆ ਕਰਕੇ ਗੰਦਗੀ ਖਿਲਾਰ ਜਾਂਦਾ ਹੈ, ਕਦੇ ਕੋਈ ਵਿਕਾਰ ਆ ਕੇ ਗੰਦਗੀ ਖਿਲਾਰ ਜਾਂਦਾ ਹੈ। ਇਉਂ ਆਂਗਣ ਧੂੜ ਲੁੱਟੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਿਰਦੇ ਰੂਪ ਆਂਗਣ ਵਿਹੜੇ ਦੇ ਵਿੱਚ ਵਿਕਾਰਾਂ ਦੀ ਧੂੜ ਉੱਡ ਰਹੀ ਹੈ। ਹੇ ਮੇਰੇ ਪਿਆਰੇ ਜਨੋ, ਮਨ ਦੇ ਵਿੱਚ ਆਸ ਬੜੀ ਲੱਗੀ ਹੋਈ ਹੈ। ਉਡੀਣੀ ਪਰਮਾਤਮਾ ਦੇ ਵਿਛੋੜੇ ਕਰਕੇ ਮਨ ਉਦਾਸ ਹੋਇਆ ਫਿਰਦਾ, ਉੱਡਣ ਨੂੰ ਫਿਰਦਾ ਕਿ ਕੋਈ ਯਤਨ ਕਰਾਂ ਜਿਸ ਕਰਕੇ ਮੈਂ ਪਿਆਰੇ ਦੇ ਨਾਲ ਮਿਲ ਜਾਵਾਂ। ਤੇ ਸਾਡੇ ਦੋਵੇਂ ਜਿਹੜੇ ਪ੍ਰਤੱਖ ਨੇਤਰ ਆ ਨਾ, ਜੁੱਤੇ ਹੋਏ ਭਾਵ ਜੁੱਟੇ ਹੋਏ ਆ। ਜਿਵੇਂ ਕਿਹਾ ਜਾਂਦਾ ਨਾ ਕਿ ਫਲਾਣਾ ਮਨੁੱਖ ਕੰਮ ਕਰਦਾ ਹੈ, ਪੂਰਾ ਜੁੱਟ ਕਰਕੇ ਲੱਗਾ ਹੋਇਆ। ਸੁਭਾਵਿਕ ਹੀ ਅਸੀਂ ਬੋਲਦੇ ਆ ਨਾ ਕਿ ਐਨ ਪੂਰਾ ਚੰਗੀ ਤਰ੍ਹਾਂ ਧਿਆਨ ਲਾ ਕਰਕੇ ਕਿੱਦਾਂ ਜੁੱਟਿਆ ਹੋਇਆ, ਹਟਣ ਦਾ ਨਾਂ ਹੀ ਨਹੀਂ ਲੈਂਦਾ, ਅਣਥੱਕ ਹੋ ਕਰਕੇ ਲੱਗਾ ਜੁੱਟਿਆ ਹੋਇਆ ਆਪਣੇ ਕਾਰਜ ਨੂੰ ਕਰਨ ਦੇ ਵਾਸਤੇ। ਇਵੇਂ ਮਹਾਰਾਜ ਦੋਏ ਨੈਣ ਜੁੱਤੇ, ਸਾਡੇ ਜਿਹੜੇ ਦੋਵੇਂ ਨੇਤਰ ਆ ਨਾ, ਮਨ ਬੁੱਧ ਰੂਪੀ ਨੇਤਰ, ਇਹ ਜੁੱਟੇ ਹੋਏ ਆ ਕਿ ਤੁਹਾਡੇ ਦਰਸ਼ਨ ਹੋਣਗੇ ਤਾਂ ਹੀ ਮਹਾਰਾਜ ਅਸੀਂ ਪਿੱਛੇ ਹਟਾਂਗੇ, ਤਾਂ ਹੀ ਮਹਾਰਾਜ ਸੰਸਾਰ ਦੇ ਵੱਲੋਂ ਵੇਖਣ ਤੋਂ ਅਸੀਂ ਹਟ ਸਕਦੇ ਹਾਂ, ਤਾਂ ਹੀ ਮਹਾਰਾਜ ਸਾਡੇ ਮਨ ਨੂੰ ਤ੍ਰਿਪਤੀ ਹੋਣ ਵਾਲੀ ਹੈ। ਸਾਡੇ ਮਹਾਰਾਜ ਨੇਤਰ ਤੁਹਾਡੇ ਦਰਸ਼ਨਾਂ ਦੇ ਵਾਸਤੇ ਜੁਟੇ ਹੋਏ ਹਨ। ਹੇ ਮੇਰੇ ਪਿਆਰੇ ਜਨੋ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪੂਰੇ ਸਤਿਗੁਰਾਂ ਦੇ ਦੀਦਾਰ ਕਰਨੇ ਕਰਕੇ ਹੀ ਸਾਡੇ ਜਿਹੜੀ ਚਿੱਤ ਬਿਰਤੀ ਹੈ ਨਾ, ਵਿਗਸੀ ਖੁਸ਼ ਹੋ ਰਹੀ ਹੈ, ਪ੍ਰਸੰਨ ਹੋ ਰਹੀ ਹੈ। ਇਸ ਨੇ ਪ੍ਰਫੁੱਲਿਤ ਹੋਣਾ ਕੀਤਾ ਹੈ। ਤੇ ਮਹਾਰਾਜ ਪੁੱਛਦੇ ਆ ਕਿਵੇਂ ਚਿੱਤ ਬਿਰਤੀ ਪ੍ਰਸੰਨ ਹੋਈ ਹੈ। ਕਹਿੰਦੇ ਹਨ, ਜਿਉ ਮਾਤ ਸੁਤੇ, ਜਿਵੇਂ ਮਾਤਾ ਆਪਣੇ ਸੁਪੁੱਤਰ ਦੇ ਨਾਲ ਮਿਲ ਕਰਕੇ ਪ੍ਰਸੰਨ ਹੁੰਦੀ ਹੈ, ਜਾਂ ਕਹਿ ਲਈਏ ਕਿ ਪੁੱਤਰ ਆਪਣੀ ਮਾਂ ਦੇ ਨਾਲ ਮਿਲ ਕਰਕੇ ਬੜਾ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਮਹਾਰਾਜ ਇਸੇ ਤਰ੍ਹਾਂ ਸਾਡੀ ਚਿੱਤ ਬਿਰਤੀ
ਤੁਹਾਡੇ ਦੀਦਾਰ ਪਰਸਨੇ ਕਰਕੇ ਪ੍ਰਫੁੱਲਤ ਹੋ ਰਹੀ ਹੈ। ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ। ਗਰੀਬ ਨਵਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਸਾਧ ਸੰਗਤ ਜੀ ਜੋ ਇਸ ਪਦ ਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦਾ ਕਥਨ ਕਰਨਾ ਕੀਤਾ ਹੈ। ਸੋ ਇਸ ਲਈ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸ਼ਬਦ ਦੇ ਅਖੀਰਲੇ ਪਦ ਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਪ੍ਰੇਮ ਕਥਨ ਕਰਨਾ ਕੀਤਾ ਹੈ। ਪਹਿਲਾਂ ਸਾਧ ਸੰਗਤ ਜੀ ਅਖੀਰਲੇ ਪਦ ਦੀ ਵਿਚਾਰ ਕਰਨੀ ਹੈ ਔਰ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ ਇਹਦੀ ਵਿਚਾਰ ਕਰਕੇ ਫਿਰ ਸਾਧ ਸੰਗਤ ਜੀ ਚੌਥੇ ਪਦ ਦੀ ਵਿਚਾਰ ਹੋਵੇਗੀ। ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ। हे ਪਿਆਰੇ ਮਨਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਿਨਾ ਜੀਵਨ ਦੀ ਸਫਲਤਾ ਦੀ ਖੇਡ ਤੂੰ ਕਦਾਚਿਤ ਵੀ ਖੇਡ ਨਹੀਂ ਸਕੇਗਾ। ਹੋਰ ਤਾਂ ਭਾਵੇਂ ਦੁਨਿਆਵੀ ਹੈ, ਕਦੇ ਕਿਸੇ ਤਰ੍ਹਾਂ ਦੇ ਕੰਮ ਧੰਦਿਆਂ ਦੀ ਖੇਡਾਂ ਖੇਡੀ ਜਾਂਦਾ ਹੈ, ਕਦੇ ਕਿਸੇ ਤਰ੍ਹਾਂ ਦੀ ਸੰਸਾਰ ਦੀ ਖੇਡ ਦੇ ਵਿੱਚ ਮਸਤ ਹੋ ਕਰਕੇ ਖੇਡਦਾ ਰਹਿੰਦਾ ਹੈ। ਜੇ ਪਰਮੇਸ਼ਰ ਦੀ ਪ੍ਰਾਪਤੀ ਦੀ ਖੇਡ ਖੇਡਣੀ ਚਾਹੁੰਦਾ ਹੈ ਤਾਂ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕਰ। ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੇ ਪ੍ਰੇਮ ਦੇ ਮਾਰਗ ਤੇ ਚੱਲਣਾ ਹੈ, ਪਰਮੇਸ਼ਰ ਦੀ ਪ੍ਰਾਪਤੀ ਦੀ ਖੇਡ ਖੇਡਣੀ ਚਾਹੁੰਦਾ ਹੈ ਤਾਂ ਫਿਰ ਸੀਸ ਪਹਿਲਾਂ ਤਲੀ ਤੇ ਧਰਨਾ ਪਵੇਗਾ। ਹੰਕਾਰ ਰੂਪੀ ਸਿਰ ਵੱਢ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਆਉਣਾ ਪਵੇਗਾ। ਤਾਂ ਮਹਾਰਾਜ ਕਹਿੰਦੇ ਖੇਡ ਤੋਂ ਖੇਡ ਕਰਕੇ ਜੀਵਨ ਦੀ ਸਫਲਤਾ ਭਾਵ ਮਨੁੱਖਾ ਦੇਹ ਦੀ ਬਾਜੀ ਨੂੰ ਜਿੱਤ ਸਕੇਗਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ। ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਅਥਵਾ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾ ਕਦੇ ਤੂੰ ਇਸ ਖੇਡ ਨੂੰ ਖੇਲ ਨਹੀਂ ਸਕੇਗਾ। ਜੋ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾ। ਤੇ ਕਿਵੇਂ ਅਕਾਲ ਪੁਰਖ ਪ੍ਰਮਾਤਮਾ ਪਿਆਰੇ ਪਰਮੇਸ਼ਰ ਨੂੰ ਦੇਖ ਸਕਦਾ ਹੈ? ਕਿਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂ ਪਾਈ ਗੁਰ, ਕਿਵੇਂ ਸਤਿਗੁਰੂ ਜੀ ਤੋਂ ਬਿਨਾ ਭਲਾ ਤੂੰ ਇਹ ਜੀਵਨ ਦੀ ਸਫਲਤਾ ਦੀ ਬਾਜੀ ਨੂੰ ਜਿੱਤ ਸਕੇਗਾ? ਕਿਵੇਂ ਪ੍ਰੇਮ ਦੀ ਖੇਡ ਨੂੰ ਖੇਡ ਸਕੇਗਾ? ਕਦਾਚਿਤ ਨਹੀਂ ਹੋ ਸਕਦਾ। ਜੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ ਪ੍ਰੇਮ ਦੀ ਖੇਡ ਖੇਡਣੀ ਚਾਹੁੰਦਾ ਹੈ ਤਾਂ ਜੀਵਨ ਵਿੱਚ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕੀਤੀ ਹੈ ਹਜੂਰ ਬਖਸ਼ਿਸ਼ ਕਰਦੇ ਆ। ਫਿਰ ਇਹ ਪੰਕਤੀ ਪੜੋ ਜੀ। ਜੋ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਪੂਰੇ ਸਤਿਗੁਰੂ ਜੀ ਤਿਨਾਂ ਨੇ ਪਿਆਰੇ ਪਰਮਾਤਮਾ ਨੂੰ ਦੇਖਿਆ। ਹੈ ਪਿਆਰੇ ਜਨੋ ਸਤਿਪੁਰਸ਼ੋ ਤਿਨਾਂ ਨੇ ਪ੍ਰੇਮ ਦੀ ਖੇਡ ਖੇਡ ਕਰਕੇ ਵਾਹਿਗੁਰੂ ਨੂੰ ਦੀਦਾਰ ਕੀਤੇ ਹਨ। ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਾਰੀਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤੜਾ ਹੈ। ਸਰਬ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਗੁਰੂ ਮੁਖ ਗੁਰਮੁਖ ਮੇਲ ਸਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਸਾਡੇ ਮਨ ਰੂਪੀ ਮੁਖ ਨੂੰ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲਣ ਵਾਲੇ ਹਨ। ਗੁਰੂ ਨਾਨਕ ਪਾਇਆ ਮੇਰੇ ਪਿਆਰੇ। ਗੁਰ ਨਾਨਕ ਪਾਇਆ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ ਪੂਰੇ ਸਤਿਗੁਰਾਂ ਦੁਆਰਾ ਹੀ ਪਰਮੇਸ਼ਰ ਨੂੰ ਪਾਇਆ ਹੈ। ਧੁਰ ਮਸਤਕ ਲੇਖ ਸਾ। ਜਿਨ੍ਹਾਂ ਦੇ ਤੁਰੋਂ ਪਰਮਾਤਮਾ ਨੇ ਮਸਤਕ ਦੇ ਲੇਖ ਲਿਖੇ ਸਨ। ਸਾ ਉਹ ਲੇਖ ਜਿਨ੍ਹਾਂ ਲੇਖਾਂ ਦੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ। ਮਹਾਰਾਜ ਕਹਿੰਦੇ ਉਹਨਾਂ ਚੰਗੇ ਕਰਮਾਂ ਕਰਕੇ ਨਿਸ਼ਕਾਮ ਲੇਖ ਚੰਗੇ ਕਰਮਾਂ ਦੇ ਕਰਕੇ ਪਰਮੇਸ਼ਰ ਨੂੰ ਪਾਇਆ। ਹਜੂਰ ਵਾਹਿਗੁਰੂ ਦੀ ਪ੍ਰਾਪਤੀ ਹੁਣ ਕਥਨ ਕਰਦੇ ਹਨ। ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ। हे ਮੇਰੇ ਪਿਆਰੇ ਜਨੋ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਕਥਾ ਕਹਾਣੀਆਂ ਹਨ ਅਥਵਾ ਪਰਮਾਤਮਾ ਦੀ ਹੈਰਾਨੀਜਨਕ ਦੀਆਂ ਜਿਹੜੀਆਂ ਕੌਤਕਾਂ ਦੀਆਂ ਕਥਾ ਕਹਾਣੀਆਂ ਨੇ। ਕਿੰਨੀਆਂ ਕਿੰਨੀਆਂ ਬੇਅੰਤ ਪਰਮਾਤਮਾ ਦੀਆਂ ਕਥਾਵਾਂ ਨੇ, ਬੇਅੰਤ ਵਾਹਿਗੁਰੂ ਦੀਆਂ ਸਾਖੀਆਂ ਕਹਾਣੀਆਂ ਨੇ ਕਿ ਕਿਵੇਂ ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਆਪ ਹੀ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਆਪ ਹੀ ਦੇਖ ਰੇਖ ਕਰਦਾ ਤੇ ਜੀਵਾਂ ਦੀ ਲੈਤਾ ਕਰਦਾ ਹੈ। ਸਭ ਜੀਵਾਂ ਨੂੰ ਕਰਮਾਂ ਅਨੁਸਾਰ ਪਰਾਰਬਧ ਅਨੁਸਾਰ ਆਪ ਹੀ ਪਾਲਣਾ ਕਰੀ ਜਾਂਦਾ ਹੈ।
ਦਾਤਾ ਸੁਖ ਦੁੱਖ ਪ੍ਰਦਾਨ ਕਰੀ ਜਾਂਦਾ ਹੈ। ਆਪ ਹੀ ਭਗਤਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਦੁਸ਼ਟਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਭਗਤਾਂ ਦੀ ਲੱਜਿਆ ਰੱਖਣ ਵਾਸਤੇ ਦੁਸ਼ਟਾਂ ਦਾ ਸੰਘਾਰ ਕਰਦਾ ਹੈ। ਗਰੀਬ ਨਵਾਜ ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੀ ਹੈ ਨਾ, ਖੰਡਾ ਪ੍ਰਿਥ ਮੈਂ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਡ ਰਚਾਏ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ। ਦਾਨੋ ਦੇਵਤੇ, ਦਾਨੋ ਰਾਖਸ਼ ਤੇ ਦੇਵਤੇ ਜਿਹੜੇ ਦੇਵਤੇ ਹੈ, ਪਰਮਾਤਮਾ ਨੇ ਦੋਵਾਂ ਸ਼ਕਤੀਆਂ ਨੂੰ, ਇੱਕ ਚੰਗੀ ਤੇ ਇੱਕ ਮੰਦੀ, ਦੋਵਾਂ ਸ਼ਕਤੀਆਂ ਨੂੰ ਬਣਾਇਆ ਵੀ ਆਪ ਤੇ ਝਗੜਾ ਵੀ ਵਿੱਚ ਆਪ ਹੀ ਪਾਉਣਾ ਕੀਤਾ। ਤਿੰਨ ਅੰਦਰ ਬਾਦ ਰਚਾਇਆ ਨਾ ਵੀ ਝਗੜਾ ਪੈਦਾ ਕਰ ਦਿੱਤਾ। ਮਹਾਰਾਜ ਕਹਿੰਦੇ ਐਸੇ ਹੈਰਾਨੀਜਨਕ ਜਿਹੜੀ ਕੌਤਕ ਆ ਨਾ ਪਰਮਾਤਮਾ ਦੀ ਕਥਾ ਕਹਾਣੀਆਂ ਹਨ, ਪੂਰੇ ਸਤਿਗੁਰੂ ਜੀ ਨੇ ਸਾਨੂੰ ਸੁਣਾਉਣਾ ਕੀਤੀਆਂ ਹਨ। ਗੁਰ ਵਿਟੜਿਆ ਹੋ ਹਾਉ ਕੋਲੀ ਮੇਰੇ ਪਿਆਰੇ, ਅਸੀਂ ਪੂਰੇ ਸਤਿਗੁਰੂ ਜੀ ਤੋਂ ਵਿਟੜਿਆ ਹੋ ਕੁਰਬਾਨ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘੋਲ ਘੋਲ ਕਰਕੇ ਵਾਰਨੇ ਜਾਂਦੇ ਹਾਂ। ਜਿਨ੍ਹਾਂ ਪੂਰੇ ਸਤਿਗੁਰੂ ਜੀ ਨੇ ਸਾਨੂੰ ਪਿਆਰੇ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ। ਤੇ ਜੋ ਮਨ ਦੇ ਵਿੱਚ ਲੰਬੇਰੇ ਸਮੇਂ ਤੋਂ ਆਸਾਂ ਲਗਾਈਆਂ ਸੀ ਨਾ ਪਰਮਾਤਮਾ ਦੇ ਦਰਸ਼ਨ ਕਰਨੇ ਦੀਆਂ, ਹੁਣ ਸਾਰੀਆਂ ਆਸਾਂ ਵੀ ਸਾਡੇ ਮਨ ਦੀਆਂ ਪੂਰੀਆਂ ਹੋ ਗਈਆਂ ਹਨ। ਕਿਉਂਕਿ ਹੁਣ ਮਨ ਚਿੰਦਿਆੜਾ, ਮਨ ਇੱਛਤ ਫਲ ਪ੍ਰਾਪਤ ਕਰ ਲਿਆ ਹੈ। ਮਨ ਵਿੱਚ ਇੱਛਾ ਸੀ ਨਾ, ਲੰਬੇਰੇ ਸਮੇਂ ਤੋਂ ਆਸ ਲਗਾ ਕਰਕੇ ਬੈਠੇ ਸਾਂ, ਹੇ ਮਹਾਰਾਜ ਕਦੋਂ ਤੁਹਾਡੇ ਦੀਦਾਰ ਸਾਨੂੰ ਪ੍ਰਾਪਤ ਹੋਣਗੇ, ਕਦੋਂ ਤੁਹਾਡੇ ਦਰਸ਼ਨਾਂ ਦੀ ਦਾਤ ਸਾਨੂੰ ਪ੍ਰਾਪਤ ਹੋਵੇਗੀ। ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਸੀ ਨਾ, ਮਨ ਇੱਛੇੜਾ ਫਲ ਪਾਇਆ, ਉਹ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਮਨ ਇੱਛਤ ਫਲ ਪ੍ਰਾਪਤ ਹੋ ਗਿਆ। ਮਨ ਦੇ ਅੰਦਰ ਜੋ ਵਾਹਿਗੁਰੂ ਦੇ ਦੀਦਾਰ ਕਰਨੇ ਦੀ ਦਾਤ ਸੀ, ਸਤਿਗੁਰੂ ਜੀ ਨੇ ਕਿਰਪਾ ਕਰਕੇ ਪੂਰੀ ਕਰਵਾ ਦਿੱਤੀ ਹੈ। ਪਰਮਾਤਮਾ ਦੇ ਦੀਦਾਰ ਬਖਸ਼ਿਸ਼ ਕਰਵਾਏ ਹਨ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਕਹਿੰਦੇ ਹਨ ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪਿਆਰਾ ਪਰਮਾਤਮਾ ਤੁਠੜਾ ਤਰੁੱਠ ਗਿਆ, ਪ੍ਰਸੰਨ ਹੋ ਗਿਆ। ਵਾਹਿਗੁਰੂ ਜਿਨ੍ਹਾਂ ਤੇ ਤੁਠਾ ਹੈ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਨਾਮੀ ਪਰਮਾਤਮਾ ਦੇ ਵਿੱਚ ਉਹਦਾ ਸਮਾਉਣਾ ਹੋ ਗਿਆ। ਜਨ ਨਾਨਕ ਨਾਮ ਸਮਾਇਆ, ਮੰਮੇ ਨੂੰ ਸਿਹਾਰੀ ਨਾਮੀ ਪਰਮੇਸ਼ਰ ਦਾ ਵਾਚਕ ਹੈ। ਉਹ ਜੀਵ ਦਾ ਪਰਮਾਤਮਾ ਦੇ ਵਿੱਚ ਸਮਾਉਣਾ ਹੋ ਗਿਆ, ਜਿਸ ਤੇ ਸਤਿਗੁਰੂ ਜੀ ਤਰੁੱਠੇ ਹਨ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਿਗਾਹ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਿਆ। ਆਪਣੇ ਸ਼ਬਦ ਦਾ ਉਪਦੇਸ਼ ਦਾ ਆਸਰਾ ਦੇ ਕਰਕੇ ਜਿਨ੍ਹਾਂ ਨੂੰ ਨਿਵਾਜ ਦਿੱਤਾ ਹੈ, ਤਿੰਨਾਂ ਨੂੰ ਪਰਮਾਤਮਾ ਦੀ ਅਪੇਰਤਾ ਪ੍ਰਾਪਤ ਹੋ ਗਈ ਹੈ। ਤਿੰਨਾਂ ਦੇ ਲੰਬੇਰੇ ਸਮੇਂ ਤੋਂ ਮਨ ਦੀ ਆਸਾ ਵਾਹਿਗੁਰੂ ਨੇ ਪੂਰੀ ਕਰ ਦਿੱਤੀ, ਆਪਣੇ ਦਰਸ਼ਨਾਂ ਦੀ ਦਾਤ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਤੇ ਸਤ ਸੰਗਤ ਜੀ ਬੇਨਤੀ ਹੈ ਕਿ ਇਹ ਅਰਥ ਕਰਨ ਦੇ ਵਾਸਤੇ ਜਦੋਂ ਅਰਥ ਕਰਨੇ ਹੈ ਨਾ ਸ਼ਬਦ ਦੇ, ਇਹ ਤਾਂ ਅਖੀਰਲੀ ਪੌੜੀ ਜਿਹੜੀ ਉਹਦੀ ਪਹਿਲਾਂ ਵਿਚਾਰ ਕੀਤੀ ਜਾਂਦੀ ਹੈ। ਉਵੇਂ ਗੁਰਬਾਣੀ ਦਾ ਪਾਠ ਕਰਨਾ ਇਸੇ ਤਰ੍ਹਾਂ ਹੀ ਜਿਵੇਂ ਪਾਠ ਗੁਰਬਾਣੀ ਦਾ ਹੋ ਰਿਹਾ, ਜਿਵੇਂ ਪੰਕਤੀਆਂ ਅੱਗੇ ਅੱਗੇ ਆ ਰਹੀਆਂ, ਗੁਰਬਾਣੀ ਦਾ ਪਾਠ ਕਰਦੇ ਸਮੇਂ ਨਹੀਂ ਅੱਗੇ ਪਿੱਛੇ ਸ਼ਬਦ ਨੂੰ ਪੜ੍ਹਨਾ। ਇਹ ਸਾਧ ਸੰਗਤ ਜੀ ਆਪ ਜੀ ਦੀ ਗਿਆਤ ਵਾਸਤੇ ਬੇਨਤੀ ਕਰਦੇ ਵਾ, ਅਰਥ ਕਰਨ ਦੇ ਵਾਸਤੇ, ਕਿਉਂਕਿ ਪਹਿਲਾਂ ਪਿਆਰ ਪਰਮੇਸ਼ਰ ਦੇ ਚਰਨਾਂ ਦਾ ਪ੍ਰੇਮ ਲੱਗਦਾ ਤਾਂ ਪ੍ਰਾਪਤੀ ਹੁੰਦੀ ਹੈ, ਪ੍ਰਾਪਤੀ ਬਾਅਦ ਵਿੱਚ ਹੁੰਦੀ ਹੈ। ਤੇ ਹਜੂਰ ਨੇ ਅਖੀਰਲੀ ਜੋ ਪੌੜੀ ਦੇ ਅੰਦਰ ਪ੍ਰੇਮ ਕਥਨ ਕੀਤਾ ਹੈ ਕਿ ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੈ, ਉਹਦੇ ਫਿਰ ਮਨ ਦੀ ਮੁਰਾਦ ਪਰਮਾਤਮਾ ਨੇ ਪੂਰੀ ਕੀਤੀ, ਆਪਣੇ ਦਰਸ਼ਨਾਂ ਦੀ ਦਾਤ ਦੇ ਕਰਕੇ ਨਿਵਾਜ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ।
ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਰ ਦਾਤੜੇ ਮੇਲ ਗੁਰਮੁਖ, ਗੁਰਮੁਖ ਮੇਲ ਸਾ। ਗੁਰ ਨਾਨਕ ਪਾਇਆ ਮੇਰੇ ਪਿਆਰੇ, ਧੁਰ ਮਸਤਕ ਲੇਖ ਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।